ਫੈਲੇ ਵਿਦਿਆ ਚਾਨਣ ਹੋਏ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਅੱਜ ਫੇਰ ਸਵਾਗਤ ਕਰਦੇ ਹਾਂ। ਅਸੀਂ ਬੀਬੀ ਜਸਬੀਰ ਕੌਰ ਹੋਰਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਸਾਹਿਬ ਵੱਲੋਂ ਦੱਸੀ ਗਈ ਜੀਵਨ ਜਾਚ ਅਤੇ ਉਸ ਦੇ ਵੱਖ-ਵੱਖ ਪੜਾਵਾਂ ਬਾਰੇ। ਇਸ ਦੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਦੀ ਮਹੱਤਤਾ ਇੱਕ ਸਿੱਖ ਲਈ, ਦੁਨੀਆ ਦੇ ਲਈ ਅਤੇ ਸਰਬੱਤ ਦੇ ਲਈ ਕੀ ਹੈ, ਇਹ ਸਾਰੇ ਭੇਦਾਂ ਨੂੰ ਅਸੀਂ ਵੱਖ-ਵੱਖ ਬਾਣੀਆਂ ਅਤੇ ਵੱਖ-ਵੱਖ ਸ਼ਬਦਾਂ ਦੇ ਵਿੱਚ ਜਿਵੇਂ ਗੁਰੂ ਸਾਹਿਬ ਨੇ ਫਰਮਾਨ ਕੀਤਾ ਉਸ ਦੇ ਜ਼ਰੀਏ ਅਸੀਂ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਬੀਬੀ ਜਸਬੀਰ ਕੌਰ ਜੀ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ। ਅਸੀਂ ਦੋਵੇਂ ਜਣੇ ਮਿਲ ਕੇ ਫਤਿਹ ਸਾਂਝੀ ਕਰਦੇ ਹੋਏ ਤੁਹਾਡਾ ਵੀ ਸਵਾਗਤ ਕਰਦੇ ਹਾਂ ਅਤੇ ਬੀਬੀ ਜੀ ਦਾ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਆਪਣੀ ਗੱਲਬਾਤ ਚੱਲ ਰਹੀ ਹੈ, ਬਹੁਤ ਮੈਂ ਤਾਂ ਦਿਲਚਸਪ ਮੈਨੂੰ ਗੱਲਾਂ ਲੱਗ ਰਹੀਆਂ ਨੇ ਕਿ ਇੰਨਾ ਵੱਡਾ ਖਜ਼ਾਨਾ ਸਾਨੂੰ ਗੁਰੂ ਪਾਤਸ਼ਾਹ ਦੇ ਕੇ ਗਏ ਨੇ ਅਤੇ ਇਸ ਪ੍ਰੋਗਰਾਮ ਦੇ ਨਾਲ ਮੇਰੀ ਵੀ ਜਾਣਕਾਰੀ 'ਚ ਵਾਧਾ ਹੋ ਰਿਹਾ। ਨਿਰਸਨ ਦੇ ਦਰਸ਼ਕ ਤਾਂ ਕਾਫੀ ਇਸ ਤੋਂ ਲਾਹਾ ਲੈਣਗੇ। ਜਪਜੀ ਸਾਹਿਬ ਤੋਂ ਆਪਾਂ ਪਿਛਲੇ ਐਪੀਸੋਡ ਦੇ ਵਿੱਚ ਗੱਲਬਾਤ ਕਰ ਰਹੇ ਸੀ। ਜਦੋਂ ਅਸੀਂ ਵੱਖ-ਵੱਖ ਪੜਾਵਾਂ ਤੋਂ ਹੁੰਦੇ ਹੋਏ ਅਸੀਂ ਦੇਖਦੇ ਹਾਂ ਕਿ ਤੁਸੀਂ ਲੋੜ ਅਤੇ ਜਿਹੜੀ ਇੱਛਾ ਉਹਦੇ 'ਚ ਭੇਦ ਵੀ ਦੱਸਿਆ, ਉਹ ਵੀ ਕਾਫੀ ਦਿਲਚਸਪ ਲੱਗਿਆ ਹੈਗਾ ਮੈਨੂੰ। ਜਪਜੀ ਸਾਹਿਬ ਦੇ ਵਿੱਚ ਇੱਕ ਤਾਂ ਸਭ ਤੋਂ ਪਹਿਲਾਂ ਰੱਖੇ ਜਾਣਾ ਬਾਣੀ ਨੂੰ, ਇਹਦੇ ਪਿੱਛੇ ਵੀ ਗੁਰੂ ਅਰਜਨ ਦੇਵ ਜੀ ਦਾ ਕੋਈ ਕਾਫੀ ਵੱਡਾ ਮਨੋਰਥ ਹੋਵੇਗਾ, ਕੋਈ ਨਾ ਕੋਈ ਕਾਰਨ ਹੋਵੇਗਾ। ਸੋ ਹੋਰ ਤੁਸੀਂ ਕਿਸ ਤਰੀਕੇ ਨਾਲ ਜਪਜੀ ਸਾਹਿਬ ਨੂੰ ਦੇਖਦੇ ਹੋ? ਇੱਕ ਤਾਂ ਸਾਰਾ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਹੈ ਸਾਰੀ ਉਹ ਇੱਕ ਓਂਕਾਰ ਤੋਂ ਹੀ ਸ਼ੁਰੂ ਹੁੰਦੀ ਹੈ। ਹੋਰ ਤੁਸੀਂ ਕਿਵੇਂ ਇਸ ਨੂੰ ਦੇਖਦੇ ਹੋ? ਫਿਰ ਆਪਾਂ ਹੌਲੀ ਹੌਲੀ ਅੱਗੇ ਵਧਾਂਗੇ। ਹਾਂਜੀ, ਤੁਸੀਂ ਆਮ ਹੀ ਸੁਣਿਆ ਹੋਏਗਾ ਹਰ ਕਲਚਰ ਦੇ ਵਿੱਚ, ਕਿਸੇ ਵੀ ਦੇਸ਼ ਵਿੱਚ ਜਾਂ ਕਿਸੇ ਵੀ ਮੰਨਣ ਵਾਲੇ, ਜਿਹੜਾ ਰੱਬ ਨੂੰ ਮੰਨਣ ਵਾਲੇ ਨੇ, ਉਹ ਸਾਰੇ ਕਹਿੰਦੇ ਨੇ ਤੁਸੀਂ ਰੱਬ ਰੂਪ ਹੋ, ਤੁਹਾਡੇ ਅੰਦਰ ਰੱਬ ਹੈ। ਗੋਡ ਇਜ਼ ਐਵਰੀਵੇਅਰ, ਵੀ ਆਰ ਗੋਡਲੀ ਬੀਇੰਗਸ, ਵੀ ਆਰ ਡਿਵਾਈਨ ਬੀਇੰਗਸ, ਵੀ ਆਰ, ਇੱਦਾਂ ਇੰਗਲਿਸ਼ 'ਚ ਵੀ ਆਉਂਦਾ। ਸੂਫੀ ਸਾਡੇ ਭਰਾ ਜਿਹੜੇ ਉਹ ਵੀ ਇਹੀ ਕਹਿੰਦੇ ਤੂੰ ਇੱਕ ਜੋਤ ਹੈ, ਜਿਹਨੂੰ ਜੁਗਨੀ ਕਹਿੰਦੇ ਸੀ, ਹੁਣ ਉਹਦੇ ਗੰਦੇ ਜਿਹੇ ਗੀਤ ਬਣਾ ਲਏ, ਪਰ ਜੁਗਨੀ ਐਕਚੁਅਲੀ ਜਿਹੜੀ ਰੂਹ ਜਗਦੀ ਹੈ ਰੱਬੀ ਪਿਆਰ 'ਚ। ਅਤੇ ਸਭ ਦਾ ਇਹ ਕੁਐਸਚਨ ਹੁੰਦਾ ਆਮ ਇੱਕ ਮਨੁੱਖੀ ਮਨ ਦਾ ਕਿ ਫਿਰ ਮੈਂ ਰੱਬ ਵਰਗਾ ਕਿੱਦਾਂ ਬਣਾ? ਅਸਲ 'ਚ ਤਾਂ ਮੈਂ ਰੱਬ ਹੀ ਹਾਂ ਅਤੇ ਮੈਨੂੰ ਉਹਨੇ ਬਣਾ ਕੇ ਦੁਨੀਆ ਦੇ ਵਿੱਚ ਆਪਣਾ ਰੂਪ ਰੰਗ ਦੇ ਕੇ ਭੇਜ ਦਿੱਤਾ ਅਤੇ ਮੈਂ ਉਸ ਆਪਣੇ ਅਸਲੇ ਨਾਲ ਕਿਵੇਂ ਜੁੜਾਂ? ਸਾਰੀ ਦਾਰੋ ਮਦਾਰ ਹੀ ਇਹਦੇ 'ਤੇ ਖੜਾ ਹੈ। ਅਤੇ ਮਹਾਰਾਜ ਨੇ ਸਾਨੂੰ, ਗੁਰੂ ਨਾਨਕ ਪਾਤਸ਼ਾਹ ਜੀ ਨੇ ਮਿਹਰਾਂ ਕਰਕੇ, ਰਹਿਮਤਾਂ ਕਰਕੇ 239 ਸਾਲ ਦੇ ਸਮੇਂ 'ਚ ਇਹ ਚੀਜ਼ ਸਾਨੂੰ ਪੱਕੀ ਦ੍ਰਿੜ ਕਰਾ ਕੇ ਅਤੇ ਫਿਰ 10ਵੇਂ ਨਾਨਕ ਦੇ ਰੂਪ 'ਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਾਨੂੰ ਸਜਾ ਕੇ ਪ੍ਰਗਟ ਕੀਤਾ ਖਾਲਸਾ, ਹੈ ਨਾ। ਅਤੇ ਇਹ ਹੋ ਗਿਆ ਰੱਬ ਰੂਪ ਬੰਦਾ ਕਿੱਦਾਂ ਦਾ ਹੁੰਦਾ, ਰੱਬ ਦਾ ਰੂਪ ਬੰਦੇ 'ਚ ਕਿਵੇਂ ਹੁੰਦਾ। ਅਤੇ ਇਹ ਸਭ ਤੋਂ ਵੱਡਾ ਮਨੁੱਖੀ ਮਨ ਦਾ ਮਨੋਰਥ ਹੈ। ਹਾਂਜੀ, ਉਹ ਕਹਿੰਦੇ ਨਾ ਕਿ ਮਨ ਟਿਕਦਾ ਨਹੀਂ ਹੈ, ਹੈ ਨਾ। ਬਿਲਕੁਲ, ਉਹ ਕਹਿੰਦਾ ਮੈਂ ਪੈਸੇ ਕਮਾ ਲਾਂਗਾ ਟਿਕ ਜਾਵਾਂਗਾ, ਮੇਰੀ ਵਾਈਫ ਹੋਏਗੀ। ਅਸੀਂ ਜਦੋਂ ਪਾਠ ਵੀ ਕਰਦੇ ਹਾਂ ਨਹੀਂ ਟਿਕਦਾ ਮਨ, ਹਾਂ, ਪਰ ਜਦੋਂ ਅਸੀਂ ਕਰਦੇ ਰਹਿੰਦੇ ਹਾਂ ਜਾਂ ਉਸ ਦੇ ਉੱਤੇ ਵਿਚਾਰ ਚਰਚਾ ਕਰਦੇ ਰਹਿੰਦੇ ਹਾਂ, ਉਹ ਇੱਕ ਥਾਂ 'ਤੇ ਆ ਕੇ ਖੜ ਜਾਂਦਾ, ਫਿਰ ਅਖੀਰ ਉਹਨੂੰ ਖੜਨਾ ਪੈਂਦਾ। ਮਨ ਬੈਰਾਗੀ ਹੈ, ਕਿਉਂਕਿ ਮਨ ਜਿਹੜਾ ਹੈ ਨਾ, ਇਹਨੂੰ ਹਰ ਵੇਲੇ ਨਵੀਂ ਚੀਜ਼ ਚਾਹੀਦੀ ਹੈ ਖੁਸ਼ ਹੋਣ ਲਈ। ਉਹ ਜਿਹੜੀ ਚੀਜ਼ ਇਹਨੂੰ ਮਿਲ ਜਾਂਦੀ ਹੈ ਉਹਦੇ ਫਿਰ ਇਹਦੀ ਕੋਈ ਉਹਦਾ ਇੰਟਰਸਟ ਨਹੀਂ ਰਹਿੰਦਾ। ਉਹਨੂੰ ਪੜ੍ਹਾਈ ਨਹੀਂ ਮਿਲਦੀ ਤਾਂ ਪਹਿਲਾਂ ਕਹਿੰਦਾ ਬਹੁਤ ਪੜ੍ਹੂੰਗਾ ਅਤੇ ਮੈਂ ਬਹੁਤ ਖੁਸ਼ ਹੋਊਂਗਾ, ਹੁੰਦਾ ਖੁਸ਼ ਫॉर ਸਮ ਟਾਈਮ। ਕਹਿੰਦਾ ਕੱਪੜੇ ਚੰਗੇ ਨਹੀਂ ਹੈ, ਸੋਹਣੇ ਕੱਪੜੇ ਪਾ ਲੂੰਗਾ, ਸੋਹਣੀ ਦਸਤਾਰ ਬਣ ਲੂੰਗਾ, ਸੋਹਣੇ ਦੁਪੱਟੇ ਲੈ ਲੂੰਗਾ, ਫਿਰ ਖੁਸ਼ ਹੋਊਂਗਾ। ਗਹਿਣੇ ਪਾ ਕੇ ਖੁਸ਼ੀ ਮਿਲਦੀ, ਇਹ ਨਹੀਂ ਕਿ ਖੁਸ਼ੀ ਨਹੀਂ ਮਿਲਦੀ, ਪਰ ਆਨੰਦ ਨਹੀਂ ਮਿਲਦਾ। ਖੁਸ਼ੀ 'ਚ ਅਤੇ ਆਨੰਦ ਵਿੱਚ ਫਰਕ ਹੈ, ਲਾਈਕ ਜੋਏ ਐਂਡ ਬਲਿਸ। ਆਨੰਦ ਹੁੰਦਾ ਹੈ ਇੱਕ ਐਸੀ ਮਨ ਦੀ ਅਵਸਥਾ ਹੈ ਕਿ ਤੁਸੀਂ ਖਿੜੇ ਰਹਿੰਦੇ ਹੋ, ਉਹ ਖਿੜਾਓ ਤੁਹਾਡੇ ਚਿਹਰੇ 'ਤੇ ਵੀ ਆਉਂਦਾ ਹੈ, ਤੁਹਾਡੀਆਂ ਅੱਖਾਂ 'ਚ ਆਉਂਦਾ ਹੈ, ਤੁਹਾਡੀ ਮੁਸਕਾਨ 'ਚ ਆਉਂਦਾ ਹੈ, ਔਰ ਸਾਹਿਬ ਸਾਨੂੰ ਉਸ ਆਨੰਦ ਵਿੱਚ ਲਿਜਾਂਦੇ ਨੇ। ਮਨ ਨੂੰ ਉਹ ਆਨੰਦ ਚਾਹੀਦਾ। ਤੁਸੀਂ ਪੁੱਛਿਆ ਨਾ ਕਿ ਕਿੱਦਾਂ ਅੱਗੇ ਵਧੂਗਾ, ਫਿਰ ਕੀ ਕਰੂਗਾ? ਹੁਣ ਕਿਉਂਕਿ ਅਸੀਂ ਰੱਬ ਦੀ ਅੰਸ਼ ਹਾਂ ਅਤੇ ਅਸੀਂ ਰੱਬ ਹੀ ਬਣਨਾ ਚਾਹੁੰਦੇ ਹਾਂ। ਹੁਣ ਕਈ ਝੂਠੇ ਰੱਬ ਵੀ ਬਣੇ ਹੋਏ ਨੇ ਸਾਡੇ, ਐਡੇ ਡੇਰੇ ਸਾਧ ਪਖੰਡੀ ਲਾਣਾ ਇਹ ਵੋ, ਹੈ ਨਾ। ਉਹ ਕਹਿੰਦੇ ਨੇ ਅਸੀਂ ਰੱਬ ਬਣ ਗਏ। ਆਮ ਲੋਕ ਵਿਚਾਰੇ ਜਿਹੜੇ ਥੋੜ੍ਹੇ ਸਾਦਾ ਤਬੀਅਤ ਨੇ, ਜਿਹੜੇ ਜ਼ਿਆਦਾ ਸੋਚ ਨਹੀਂ ਸਕਦੇ, ਜ਼ਿਆਦਾ ਉਹਨਾਂ ਦੇ ਕੋਲ ਇੰਨੇ ਵਸੀਲੇ ਨਹੀਂ ਹੁੰਦੇ ਕਿ ਉਹ ਫਿਰ ਉਹਨਾਂ ਦੇ ਮਗਰ ਲੱਗ ਜਾਂਦੇ ਆ, ਭਟਕ ਜਾਂਦੇ ਨੇ। ਉਹਨਾਂ ਦਾ ਦੋਸ਼ ਨਹੀਂ ਹੁੰਦਾ, ਦੋਸ਼ ਉਹਦਾ ਜਿਹੜਾ ਰੱਬ ਬਣ ਕੇ ਬਹਿੰਦਾ ਹੈ। ਅਤੇ ਗੁਰੂ ਨਾਨਕ ਪਾਤਸ਼ਾਹ ਜੀ
ਰੱਬ ਹੋ ਕੇ ਵੀ ਆਪ ਨਾਰਾਇਣ ਕਲਾਧਾਰ ਜਗ ਮੇਂ ਪਰਵਰਿਓ ਹੋ ਕੇ ਵੀ ਉਹ ਕਹਿੰਦੇ ਨੇ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿਨ ਕੇ ਸੰਗ ਸਾਥ ਵੱਡਿਆਂ ਸਿਓ ਕਿਆ ਰੀਸ ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ੀਸ਼। ਠੀਕ ਹੈ ਜੀ। ਸੋ ਮਨ ਨੂੰ ਉਹ ਚੀਜ਼ ਚਾਹੀਦੀ ਹੈ ਜੋ ਇਹਨੂੰ ਟਿਕਾ ਸਕੇ। ਜਿਹੜਾ ਮਨ ਹੈ ਮਨੁੱਖੀ ਮਨ ਹੈ, ਗੁਰਬਾਣੀ 'ਚ ਅੰਜਨ ਤੇ ਨਿਰੰਜਨ ਦਾ ਮਤਲਬ ਜਿਹੜਾ ਮੇਲ ਆਪਸ ਦੇ ਵਿੱਚ ਪਹਿਲਾਂ ਉਸ ਨੂੰ ਬੁੱਝਣ ਦੀ ਕੋਸ਼ਿਸ਼ ਕਰਦਾ। ਇਹਨੂੰ ਮਤਲਬ ਤੁਸੀਂ ਥੋੜਾ ਜਿਹਾ ਦੱਸੋ ਇਹਦੇ ਬਾਰੇ, ਮੇਰੀ ਆਪਣੀ ਦਿਲਚਸਪੀ ਹੈ ਇਹਦੇ 'ਚ। ਹਾਂਜੀ, ਅੰਜਨ ਹੁੰਦੀ ਹੈ ਮਾਇਆ ਦੀ ਕਾਲਖ, ਤੇ ਮਾਇਆ ਨਹੀਂ ਬੁਰੀ। ਹੁਣ ਮਾਇਆ ਤੇ ਰੱਬ ਦਾ ਦੂਜਾ ਰੂਪ ਹੈ। ਉਹ ਕਹਿੰਦੇ ਕਿ ਮਾਇਆ ਨੂੰ ਕ੍ਰੀਏਟ ਕੀਤਾ ਗਿਆ ਹੈ ਇਨਸਾਨ ਦੇ ਇੱਥੇ ਜੀ ਸਕਣ ਵਾਸਤੇ। ਜਿਵੇਂ ਕਮਲ ਦਾ ਫੁੱਲ ਦੀ ਐਗਜ਼ਾਮਪਲ ਬਹੁਤ ਆਉਂਦੀ ਹੈ ਗੁਰਬਾਣੀ 'ਚ। ਹਾਂਜੀ, ਉਹ ਚਿੱਕੜ 'ਚ ਹੀ ਉੱਗਦਾ ਹੈ। ਚਿੱਕੜ ਤੋਂ ਬਿਨਾਂ ਤੇ ਕਮਲ ਨਹੀਂ ਉੱਗ ਸਕਦਾ। ਮਾਇਆ ਤੋਂ ਬਿਨਾਂ ਅਸੀਂ ਜੀਵ ਜੀ ਹੀ ਨਹੀਂ ਸਕਦੇ। ਮਾਇਆ ਪਵਿੱਤਰ ਹੈ, ਮਾਇਆ ਖਰਾਬ ਨਹੀਂ ਹੈ। ਮਾਇਆ ਆਪਣੇ ਆਪ 'ਚ ਇੱਕ ਉਤਪਤੀ ਹੈ, ਉਹ ਤੇ ਹੁਣ ਉਹਦੇ ਹੁਕਮ 'ਚ ਹੈ ਨਾ। ਪਰ ਅਸੀਂ ਕੀ ਕੀਤਾ ਹੋਇਆ ਹੈ? ਅਸੀਂ ਰੱਬ ਨੂੰ ਛੱਡ ਕੇ ਮਾਇਆ ਦੇ ਮਾਇਆ 'ਚ ਲਿਪਤ ਹੋ ਗਏ, ਦਾਸ ਬਣ ਗਏ, ਉਹਦੇ ਸਲੇਵ ਬਣ ਗਏ। ਉਹ ਬੜੀ ਰੰਗਲੀ ਹੈ। ਅੱਛਾ, ਮਾਇਆ ਅੰਜਨ ਹੋ ਗਈ। ਮਾਇਆ ਅੰਜਨ, ਨਿਰਅੰਜਨ ਜਿਹਨੂੰ ਉਹ ਕਾਲਖ ਨਹੀਂ ਲੱਗੀ ਹੋਈ ਉਹ ਰੱਬ ਹੈ। ਆਹੋ। ਤੇ ਨਿਰੰਜਨ ਤੇ ਅੰਜਨ, ਕਿਉਂਕਿ ਨਿਰੰਜਨ ਨੇ ਅੰਜਨ ਰਚੀ ਹੈ, ਇਸ ਅੰਜਨ ਵਿੱਚ ਉਹਦੀ ਕ੍ਰੀਏਸ਼ਨ ਹੈ। ਔਰ ਮਾਇਆ ਦਾ ਮਤਲਬ ਕੱਲਾ ਪੈਸਾ ਨਹੀਂ ਹੁੰਦਾ। ਮਾਇਆ ਦੇ ਵਿੱਚ ਸਭ ਕੁਝ ਆਉਂਦਾ ਹੈ, ਜੋਬਨ, ਰੂਪ, ਰੰਗ, ਰਸ, ਸਵਾਦ, ਐਵਰੀਥਿੰਗ। ਬੱਚੇ, ਪਰਿਵਾਰ, ਇਹ ਦੁਨੀਆ, ਇਹਦੀ ਜਿੰਨੀਆਂ ਵੀ ਇਹਦੀਆਂ ਉਡਾਨਾਂ ਨੇ ਦੁਨੀਆ 'ਚ, ਉਹ ਸਭ ਮਾਇਆ ਹੈ। ਬਟ ਇਟਸ ਨਾਟ ਰੋਂਗ। ਉਹ ਤੁਹਾਨੂੰ ਪੜ੍ਹਾ ਦਿੰਦੇ ਸਾਨੂੰ, ਉਹ ਜਿਹੜੇ ਹੈਗੇ ਆ ਉੱਥੇ ਨਿੱਕੇ ਮੋਟੇ ਲੋਕੀਆਂ, ਮਾਇਆ ਦੇ ਪਿੱਛੇ ਨਹੀਂ ਲੱਗਣਾ। ਮਾਇਆ ਇੱਥੇ ਨਹੀਂ ਚੜਾਣੀ, ਸੁਰਤ ਵਿੱਚ ਨਹੀਂ ਚੜਾਣੀ। ਸਾਹਿਬ ਕਹਿੰਦੇ, ਉਹ ਕਹਿੰਦੇ ਕਿੱਦਾਂ ਰਹਿਣਾ ਹੈ। ਸਿੱਧਾ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਿਆ ਸੀ, ਅੰਜਨ ਮਾਇਆ ਨਿਰੰਜਨ ਦਾ ਤੁਹਾਡਾ ਜਵਾਬ ਹੈ। ਉਹ ਕਹਿੰਦੇ ਤੁਸੀਂ ਇਹਦੇ ਤੇ ਕੋਈ, ਤੁਸੀਂ ਕਿੱਥੇ ਸੰਸਾਰੀ ਬਣੇ ਹੋਏ ਹੋ, ਅਸੀਂ ਤਾਂ ਇੱਥੇ ਚੜ ਕੇ ਸਿੱਧ ਬਣ ਗਏ। ਇਹ ਨਹੀਂ ਕਿ ਕੋਈ ਉਹ ਨਿੱਕੇ ਮੋਟੇ ਬੰਦੇ ਸੀ, ਉਹਨਾਂ ਨੂੰ ਅਸੀਂ ਛੁਟਿਆ ਨਹੀਂ ਸਕਦੇ, ਬਿਲਿਟਲ ਵੀ ਨਹੀਂ ਕਰ ਸਕਦੇ, ਕਿਉਂਕਿ ਸਾਹਿਬ ਨੇ ਉਹਨਾਂ ਨੂੰ ਬਿਲਿਟਲ ਨਹੀਂ ਕੀਤਾ, ਛੁਟਿਆਇਆ ਨਹੀਂ ਹੈ। ਸਿੱਧ ਗੋਸ਼ਟ ਦੀ ਬਾਣੀ ਹਰ ਸਿੱਖ ਨੂੰ ਪੜ੍ਹਨੀ ਚਾਹੀਦੀ ਹੈ। ਸਿੱਧ ਗੋਸ਼ਟ ਵਿੱਚ ਸਾਹਿਬ ਨੇ ਸਿੱਧਾਂ ਦੇ ਸਵਾਲ ਉਹਨਾਂ ਦੇ ਨਾਂ ਅੰਕਿਤ ਕੀਤੇ ਹੋਏ ਨੇ। ਉਹ ਬਹੁਤ ਵਧੀਆ ਇੱਕ ਮਹਾਰਾਜ ਦੀ ਬਾਣੀ ਹੈ, ਬਹੁਤ ਜਿਹੜੀ ਆਪਣੇ ਆਪ ਦੇ ਵਿੱਚ ਅੱਜ ਦੇ ਯੁੱਗ ਦੀ ਜਿਵੇਂ ਇੰਟਰਵਿਊ ਹੁੰਦੀ ਹੈ, ਸਵਾਲ ਜਵਾਬ ਨੇ ਉਹਦੇ 'ਚ, ਹੈ ਨਾ। ਉਹ ਬਹੁਤ ਵਿਲੱਖਣ ਚੀਜ਼ ਹੈ ਤੇ ਇੰਨੀ ਸੋਹਣੀ ਔਰ ਇੰਨੀ ਉੱਚੀ ਸੁੱਚੀ, ਮਤਲਬ ਬਾਣੀ ਤੇ ਸਾਰੀ ਉੱਚੀ ਸੁੱਚੀ ਹੈ। ਪਰ ਜਿਹੜੇ ਰੀਸਰਚਰ ਨੇ, ਜਿਨ੍ਹਾਂ ਨੂੰ ਰੂਹਦਾਰੀ ਦੀ, ਸੁਰਤ ਦੀਆਂ ਉਚਾਈਆਂ 'ਚ ਜਾਣਾ, ਫਿਰ ਮਹਾਰਾਜ ਦਾ ਗੋਸ਼ਟ, ਸਿੱਧ ਗੋਸ਼ਟ ਵੈਸੇ ਹੁੰਦਾ, ਇਹਦਾ ਮੀਨਿੰਗ ਹੁੰਦਾ ਰੱਬ ਨਾਲ ਮਿਲਾਪ। ਹਾਂਜੀ, ਇਹਦਾ ਮਤਲਬ ਡਿਸਕਸ਼ਨ ਕੱਲਾ ਨਹੀਂ ਹੈ। ਹਾਂਜੀ, ਸਿੱਧ ਮੀਨ ਜਿਹੜੇ ਪੁੱਗੇ ਹੋਏ ਨੇ, ਉਹ ਸਿੱਧ ਹੀ ਸੀਗੇ, ਸਿੱਧ ਕੀਤਾ ਹੋਇਆ ਜਿਨ੍ਹਾਂ ਨੇ ਆਪਣੇ ਆਪ ਨੂੰ ਸਾਧ ਲਿਆ, ਸਿੱਧ ਹੋ ਗਏ ਨੇ। ਕਿ ਉਹ ਤੁਹਾਡੀ ਪਦਵੀ ਹੈ ਮਨੁੱਖੀ ਜੀਵਨ ਦੀ। ਜਦੋਂ ਤੁਸੀਂ ਸਿੱਧੀਆਂ ਪ੍ਰਾਪਤ ਕਰ ਲੋਗੇ, ਤੁਹਾਡੇ ਅੰਦਰੋਂ ਜਿਹੜੇ ਤੁਹਾਡੇ ਅਵਗੁਣ ਨੇ ਉਹ ਕਸ਼ੀਣ ਹੋ ਜਾਣਗੇ, ਮਤਲਬ ਕਮਜ਼ੋਰ ਹੋ ਜਾਣਗੇ। ਤੇ ਸਾਹਿਬ ਨੇ ਜਦੋਂ ਉਹਨਾਂ ਨਾਲ ਜਾ ਕੇ ਗੱਲਾਂ ਕੀਤੀਆਂ ਉੱਤੇ ਸੁਮੇਰ ਪਰਬਤ ਤੇ ਚੜ੍ਹ ਕੇ, ਜਾਂ ਅਚਲ ਬਟਾਲੇ, ਇਹ ਅਚਲ ਬਟਾਲੇ ਦੀ ਗੱਲ ਹੈ। ਅੱਛਾ ਜੀ। ਤੇ ਸਿੱਧਾਂ ਨੇ ਉਹਨਾਂ ਨੂੰ ਸਵਾਲ ਕੀਤਾ, ਤੁਸੀਂ ਐਡੇ ਗ੍ਰਸਤੀ ਬਣੇ ਹੋਏ ਜੇ, ਤੇ ਤੁਸੀਂ ਦੁੱਧ ਵਿੱਚ ਕਾਂਜੀ ਪਾਈ ਹੋਈ ਹੈ, ਇਹ ਸਾਰਾ ਕੁਝ ਉਹਦੇ 'ਚ ਆਉਂਦਾ। ਹੁਣ ਅਸੀਂ ਉਨੀ ਡਿਟੇਲ 'ਚ ਤਾਂ ਇੱਥੇ ਨਹੀਂ ਜਾ ਸਕਦੇ। ਮੇਰੇ ਸਰੋਤਿਆਂ ਨੂੰ ਇਹੀ ਗੁਜ਼ਾਰਿਸ਼ ਹੈ, ਪਲੀਜ਼ ਤੁਸੀਂ ਸਿੱਧ ਗੋਸ਼ਟ ਦੀ ਬਾਣੀ ਹੌਲੀ ਹੌਲੀ ਪੜ੍ਹੋ ਤੇ ਸਮਝੋ। ਜੇ ਤੁਹਾਨੂੰ ਸਮਝ ਨਹੀਂ ਆ ਰਹੀ ਤੇ ਉਹਨਾਂ ਗੁਰਸਿੱਖਾਂ ਨੂੰ ਲੱਭੋ, ਜਾਂ ਤੁਸੀਂ ਪ੍ਰੋਫੈਸਰ ਸਾਹਿਬ ਸਿੰਘ ਜੀ ਨੂੰ ਪੜ੍ਹ ਲਓ, ਜਾਂ ਤੁਸੀਂ ਭਾਈ ਗੁਰਦਾਸ ਜੀ ਨੂੰ ਪੜ੍ਹ ਲਓ। ਜਿਹੜੇ ਵੀ ਸਾਡੇ ਬਹੁਤ ਵੱਡੇ ਵੱਡੇ ਵਿਦਵਾਨ ਹੈਗੇ ਆ, ਸਭ ਕੁਝ ਮੌਜੂਦ ਹੈ, ਪਰ ਪੜ੍ਹੋ। ਉੱਥੇ ਉਹਨਾਂ ਨੇ ਲਿਖਿਆ ਅੰਜਨ ਮਾਇਆ ਨਿਰੰਜਨ ਦੀ ਇਹੀ ਗੱਲ ਹੈ। ਹਾਂਜੀ। ਤੇ ਉਹਨਾਂ ਨੇ ਕਿਹਾ ਹੈ, ਜੈਸੇ ਜਲ ਮੇਂ ਕਮਲ ਨਿਰਾਲਮ ਮੁਰਗਾਈ ਨੈ ਸਾਣੇ। ਜਿਸ ਤਰ੍ਹਾਂ ਜਲ ਵਿੱਚ ਕਮਲ ਰਹਿੰਦਾ ਹੈ, ਸਿੱਖਾ ਤੂੰ ਉੱਦਾਂ ਰਹਿ, ਮਨੁੱਖ ਤੂੰ ਉੱਦਾਂ ਰਹਿ। ਜੜ੍ਹਾਂ ਦੇ ਤੇਰੀਆਂ ਕਮਲ ਕਿਚੜ ਵਿੱਚ ਹੋਣ, ਚਿੱਕੜ ਵਿੱਚ ਹੋਣ, ਪਰ ਤੂੰ ਉੱਤੇ ਹੋਵੇਂ। ਮੁਰਗਾਈ ਨੈਸਾਣੇ, ਮੁਰਗਾਬੀ ਜਲ ਤੋਂ ਬਿਨਾਂ ਮਰ ਜਾਏਗੀ, ਉਹਦਾ ਖਾਣਾ ਹੀ ਜਲ ਹੈ, ਪਰ ਉਹਦੇ ਖੰਭਾਂ ਤੇ ਪਾਣੀ ਨਹੀਂ ਲੱਗਦਾ, ਗਿੱਲੀ ਨਹੀਂ ਹੁੰਦੀ, ਉਹ ਸੁੱਕੀ ਰਹਿੰਦੀ ਹੈ। ਕਹਿੰਦੇ ਸ਼ਬਦ ਸੁਰਤ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੈ। ਕਹਿੰਦੇ ਨਾਨਕ ਦੀ ਤੇ ਤੁਹਾਡੇ ਸਾਹਮਣੇ ਇਹ ਵਿਆਖਿਆ ਹੈਗੀ ਹੈ ਕਿ ਅੰਜਨ ਵਿੱਚ ਨਿਰੰਜਨ ਅਸੀਂ ਕਿਵੇਂ ਰਹਿਣਾ ਹੈ, ਕਮਲ ਦੇ ਫੁੱਲ ਵਾਂਗੂ। ਕਿੱਦਾਂ ਹੋਏਗੀ? ਸ਼ਬਦ ਸੁਰਤ ਭਵ ਸਾਗਰ ਤਰੀਐ। ਭਵ ਸਾਗਰ ਇਹ ਡਰਾਂ ਦਾ ਸਮੁੰਦਰ ਹੈ। ਸਾਨੂੰ ਸਭ ਨੂੰ ਕਿੰਨੇ ਡਰ ਨੇ, ਅਸੀਂ ਮਨੁੱਖ ਹਾਂ, ਸਾਨੂੰ ਡਰ ਆਉਂਦਾ ਹੈ, ਮੇਰੀ ਜੌਬ ਨਾ ਚੱਲੀ ਜਾਏ, ਮੇਰੀ ਸਿਹਤ ਨਾ ਖਰਾਬ ਹੋ ਜਾਏ, ਮੇਰਾ ਨਿਆਣਾ ਨਾ ਵਿਗੜ ਜਾਏ, ਮੇਰਾ ਹੁਣ ਕੱਲ ਕੀ ਬਣੂਗਾ। ਇਹ ਡਰ ਨੇ, ਇਹ ਭਉ ਹੁੰਦਾ। ਤੇ ਗੁਰਬਾਣੀ 'ਚ ਭਉ ਤੇ ਭਾਉ ਆਉਂਦੇ ਨੇ।
ਜਦੋਂ ਗੁਰਬਾਣੀ ਚ ਭਉ ਹੁੰਦਾ ਉਹਦਾ ਮਤਲਬ ਡਰਨਾ ਨਹੀਂ ਹੁੰਦਾ, ਉਹਦਾ ਮਤਲਬ ਅਦਬ ਹੁੰਦਾ, ਅਦਬ ਜਿਹਦੇ ਨਾਲ ਪਿਆਰ ਹੁੰਦਾ ਨਾ, ਉਹਦੇ ਲਈ ਅਸੀਂ ਅਦਬ ਕਰਦੇ ਹਾਂ। ਹੁਣ ਧੀ ਹੁੰਦੀ ਜਿਹੜੀ ਚੰਗੀ, ਜਾਂ ਬੱਚਾ ਹੁੰਦਾ ਬੇਟਾ, ਉਹ ਕਹਿੰਦਾ ਮੇਰਾ ਬਾਪ ਐਡੀ ਅਜ਼ਮਤ ਵਾਲਾ ਹੈ, ਕੋਈ ਮੇਰਾ ਇਹੋ ਜਿਹਾ ਐਕਸ਼ਨ ਨਾ ਹੋਵੇ ਕਿ ਮੇਰੇ ਬਾਪ ਨੂੰ ਦਾਗ ਲੱਗੇ, ਕੋਈ ਉਹਨੂੰ ਗੱਲ ਮਾਰ ਜਾਏ, ਉਹਨੂੰ ਕੋਈ ਤਾਨਾ ਮਾਰ ਜਾਏ। ਐਦਾਂ ਸਿੱਖ ਦਾ ਵੀ ਆਪਣੇ ਗੁਰੂ ਲਈ ਅਦਬ ਹੈ ਕਿ ਮੈਂ ਦਸਤਾਰ ਬੰਨ੍ਹ ਕੇ ਉਹਦੇ ਸੋਹਣੇ ਕਕਾਰ, ਉਹਦੀਆਂ ਨਿਸ਼ਾਨੀਆਂ, ਉਹਦੀ ਮੁਹੱਬਤ ਦੀਆਂ ਪਾ ਕੇ ਮੈਂ ਕੋਈ ਐਸਾ ਕੰਮ ਨਾ ਕਰਾਂ ਕਿ ਮੇਰੇ ਗੁਰੂ ਨੂੰ ਕੋਈ ਕਵੇ ਕਿ ਇਹ ਉਹਦਾ ਸਿੱਖ ਹੈ, ਵੀ ਇਹੋ ਜਿਹੇ ਕੰਮ ਕਰਦਾ ਹੈ। ਹੁਣ ਆਮ ਹੀ ਉਹਨਾਂ ਨੇ ਕਰਾਤਾ ਹੈ ਨਾ, ਲੋ ਜੀ ਦਾੜੀਆਂ ਪੱਗਾਂ ਵਾਲੇ, ਕਿਰਪਾਨਾਂ ਵਾਲੇ ਜਿਹੜੇ ਉਹ ਇਹੋ ਜਿਹੇ ਕੰਮ ਕਰਦੇ। ਉਹ ਦਾੜੀਆਂ ਪੱਗਾਂ ਦਾ ਕੀ ਦੋਸ਼ ਹੈ? ਦਾੜੀ ਪੱਗ ਦਾ ਤੇ ਦੋਸ਼ ਨਹੀਂ ਹੈ, ਉਹ ਬੰਦਾ ਕਮੀਨਾ ਜਿਹੜੇ ਪੁੱਠੇ ਕੰਮ ਕਰ ਰਿਹਾ। ਉਸ ਪਿੰਡ ਦੇ ਵਿੱਚ ਜਿਹੜੀ ਰੂਹ ਹੈ, ਮਤਲਬ ਮਨ ਹੈ ਉਹਦਾ ਗੰਦਾ, ਜਾਂ ਉਹਦਾ ਕਿਰਦਾਰ ਗੰਦਾ ਹੈ, ਪਰ ਦਾੜੀ ਪੱਗ ਦਾ ਦੋਸ਼ ਥੋੜੀ ਕਿਰਪਾਨਾਂ ਦਾ। ਇਹ ਤੇ ਸੁੱਚੀਆਂ ਉੱਚੀਆਂ ਨੇ, ਗੁਰੂ ਦੀ ਨੇ। ਸੋ ਅੰਜਨ ਮਾਹੇ ਨਿਰੰਜਨ ਅਸੀਂ ਏਦਾਂ ਰਹਿਣਾ ਕਿ ਸਾਡੀ ਸੁਰਤ ਦੇ ਵਿੱਚ ਤੇ ਸ਼ਬਦ ਹੋਵੇ ਗੁਰੂ ਦਾ। ਗੁਰੂ ਦਾ ਸ਼ਬਦ ਇਲਾਹੀ ਬਾਣੀ ਹੈ, ਰੱਬ ਦੇ ਬੋਲ ਨੇ, ਇਹ ਕਦੀ ਗਲਤ ਨਹੀਂ ਹੋ, ਇਹ ਸੱਚੇ ਸੁੱਚੇ ਨੇ। ਇਹਨੂੰ ਵਸਾ ਕੇ ਤੇ ਸੰਸਾਰ ਚ ਕਾਰ ਕਰਨੀ ਹੈ। ਡਾਇਰੈਕਸ਼ਨ ਕਿੱਥੋਂ ਲੈਣੀ ਹੈ? ਗੁਰੂ ਤੋਂ ਲੈਣੀ ਹੈ। ਸਤਿਗੁਰੂ ਜੀ ਮੈਨੂੰ ਡਰ ਆ ਰਿਹਾ, ਤੇ ਸਾਹਿਬ ਕਹਿੰਦੇ ਨੇ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸ। ਜਿੰਨਾ ਡਰ ਲੱਗ ਰਿਹਾ ਇਹੀ ਤੁਕ ਗਾਈ ਚੱਲੋ ਨਾ, ਕਿਉਂ ਨਹੀਂ ਗਾ ਰਹੇ? ਜਿਨ ਅਸੀਂ ਸੋਦਰ ਦੀ ਬਾਣੀ, ਸ਼ਾਮ ਦੀ ਬਾਣੀ ਚ ਆਉਂਦਾ ਹੈ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਤੁਸੀਂ ਨਿਰਭਉ ਨੂੰ ਗਾਓ ਨਾ, ਗੁਰੂ ਕੋਲ ਬਹਿ ਕੇ ਗਾਓ, ਉੱਚੀ ਉੱਚੀ ਗਾਓ, ਮਿਊਜ਼ਿਕ ਨਾ ਗਾਓ, ਤੁਹਾਡਾ ਮਨ ਵੀ ਟਿਕ ਜਾਊਗਾ, ਤੁਹਾਡੇ ਡਰ ਵੀ ਮੁੱਕ ਜਾਣਗੇ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਦੇਖੋ ਉਸੇ ਰੂਪ ਚ ਹੀ ਸਮਾ ਜਾਣਾ। ਹਾਂ, ਉਹਦਾ ਰੂਪ ਹੋ ਜਾਓਗੇ। ਜਿਸਨੇ ਹਰੀ ਨੂੰ ਸੇਵਣਾ, ਮਤਲਬ ਇਹਨਾਂ ਨੇ ਸੇਵਾ ਦੇ ਵੀ ਪੁੱਠੇ ਲਫ਼ਜ਼ ਬਣਾਤੇ ਨੇ ਜਿਹੜੇ ਜਾਣਕਾਰ ਨਹੀਂ ਨੇ। ਸੇਵਣਾ ਦਾ ਮਤਲਬ ਹੁੰਦਾ ਹੈ ਜਿਹੜਾ ਗੁਰੂ ਦੇ ਆਖੇ ਲੱਗਦਾ ਹੈ। ਹੁਣ ਇੱਕ ਮੰਨ ਲਓ ਰਾਜਾ ਹੈ, ਗੁਰੂ ਹੈਗਾ ਪਾਤਸ਼ਾਹਾਂ ਦਾ ਪਾਤਸ਼ਾਹ, ਸਭ ਕੁਝ ਤੇ ਉੱਥੋਂ ਮਿਲਣਾ ਹੈ। ਅਸੀਂ ਉਹਦੀ ਕੀ ਸੇਵਾ ਕਰ ਸਕਦੇ ਹਾਂ? ਅਸੀਂ ਤਾਂ ਮੰਗਦੇ ਹਾਂ ਉਹਦੇ ਦਰ ਦੇ, ਕੁੱਕਰ ਆ ਉਹਦੇ ਦਰ ਦੇ, ਉਹਨੂੰ ਰਾਤ ਦਿਨ ਉਹਦੇ ਕੋਲੋਂ ਅਸੀਂ ਚੀਜ਼ਾਂ ਮੰਗਦੇ ਹਾਂ। ਅਸੀਂ ਉਹਦੀ ਸੇਵਾ ਕੀ ਕਰਨੀ ਹੈ ਦੱਸੋ ਮੈਨੂੰ? ਉਹਦੀ ਸੇਵਾ ਇੱਕੋ ਹੀ ਹੈ, ਉਹ ਹੈ ਉਹਦੇ ਹੁਕਮ ਦੇ ਵਿੱਚ ਤੁਰਨਾ। ਉਹਨੇ ਰਾਤ ਬਣਾਈ, ਹੁਕਮ 'ਚ ਬਣਾਈ ਹੈ, ਦਿਨ ਬਣਾਇਆ, ਹੁਕਮ 'ਚ ਬਣਾਇਆ ਹੈ, ਬੱਚਾ ਬਣਦਾ ਹੁਕਮ 'ਚ ਬਣਦਾ ਹੈ, ਪਾਲਣਾ ਹੁਕਮ 'ਚ ਹੈ, ਤੁਰਨਾ ਹੁਕਮ। ਸੋ ਹੁਕਮ 'ਚ ਰਹਿਣਾ ਹੀ ਉਹਦੀ ਸੇਵਾ ਹੈ। ਜੇ ਸਿੱਖ ਹੋ ਕੇ ਗੁਰਬਾਣੀ ਦੇ ਹੁਕਮ ਨਹੀਂ ਮੰਨੇ, ਜੇ ਨਿਰਭਉ ਨੂੰ ਨਹੀਂ ਧਿਆਇਆ ਤੇ ਭਉ ਨਹੀਂ ਜਾਣਗੇ, ਜੇ ਗੁਰੂ ਦੇ ਕੋਲ ਮਿਲ ਕੇ ਬੈਠ ਕੇ ਉਹਨੂੰ ਨਹੀਂ ਮਾਣਿਆ, ਰਸ ਨਹੀਂ ਆਏਗਾ। ਕੋਰੇ ਗਿਆਨ ਦੇ ਵਿੱਚ ਰਸ ਨਹੀਂ ਹੁੰਦਾ। ਅੱਛਾ, ਬਹੁਤ ਵਧੀਆ ਤਰੀਕੇ ਨਾਲ ਤੁਸੀਂ ਦੱਸਿਆ। ਪੰਜ ਚੋਰਾਂ ਦੀ ਅਕਸਰ ਗੱਲ ਕੀਤੀ ਜਾਂਦੀ ਹੈ ਆਪਣੇ ਸਮਾਜ ਦੇ ਵਿੱਚ। ਪੰਜਾਬੀ ਸੱਭਿਆਚਾਰ ਵਿੱਚ ਵੀ ਵੱਖ-ਵੱਖ ਭਾਰਤੀ ਜਾਂ ਏਸ਼ੀਆਈ, ਦੱਖਣ ਏਸ਼ੀਆਈ ਖਿੱਤੇ ਦੇ ਵਿੱਚ ਗੁਰਬਾਣੀ 'ਚ ਵੀ ਉਸ ਬਾਰੇ ਦੱਸਿਆ ਗਿਆ। ਇਹ ਜਿਹੜੇ ਪੰਜ ਚੋਰ ਨੇ ਆਇਡੈਂਟੀਫਾਈਡ ਨੇ, ਸਾਰਿਆਂ ਨੂੰ ਪਤਾ ਹੈਗਾ। ਤੁਸੀਂ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਵੀ ਆਪਾਂ ਗੱਲਬਾਤ ਕੀਤੀ ਸੀ। ਕੀ ਇਹ ਉਮਰ ਦੇ ਹਿਸਾਬ ਨਾਲ ਹੌਲੀ-ਹੌਲੀ ਮਰਦੇ ਨੇ, ਜਾਂ ਉਮਰ ਦੇ ਹਿਸਾਬ ਨਾਲ ਸਾਨੂੰ ਗਿਆਨ ਹੁੰਦਾ ਜਾਂਦਾ ਤਾਂ ਉਹ ਗਿਆਨ ਦੇ ਪ੍ਰਭਾਵ ਦੇ ਵਿੱਚ ਅਸੀਂ ਉਹਨਾਂ ਨੂੰ ਫੜ ਲੈਂਦੇ ਹਾਂ ਸਿਰੋਂ? ਇਹਦੇ ਬਾਰੇ ਦੱਸੋ ਜਰਾ, ਵੀ ਉਮਰ ਤੇ ਤਜਰਬਾ ਤੇ ਗਿਆਨ ਦੀ ਪ੍ਰਾਪਤੀ ਹੌਲੀ-ਹੌਲੀ ਉਮਰ ਦੇ ਹਿਸਾਬ ਨਾਲ, ਉਹਦੇ ਗਿਆਨ ਦੇ ਪ੍ਰਵਾਹ ਦੇ ਨਾਲ ਇਹਨਾਂ ਦੀ ਡੈਥ ਆਪਣੇ ਆਪ ਹੋ ਜਾਂਦੀ ਹੈ, ਜਾਂ ਮਤਲਬ ਇਹਦੇ 'ਚ ਮਨੁੱਖ ਦਾ ਵੀ ਕਾਫੀ ਜਿਹੜਾ ਸੰਘਰਸ਼ ਕਹਿ ਸਕਦੇ ਆ ਉਹਨਾਂ ਨੂੰ ਮਾਰਨ ਦੇ ਲਈ? ਇਹ ਚੋਰ ਨਹੀਂ ਨੇ, ਪਹਿਲੀ ਗੱਲ ਤੇ ਇਹੀ ਹੈ। ਸੌਰੀ, ਇਹ ਬਹੁਤ ਵੱਡੀਆਂ ਤਾਕਤਾਂ ਨੇ ਜਿਹੜੀਆਂ ਸਾਡੇ ਜੀਵਨ ਲਈ ਬਹੁਤ ਜ਼ਰੂਰੀ ਨੇ। ਕਾਮ ਵੀ ਜ਼ਰੂਰੀ ਹੈ, ਕ੍ਰੋਧ ਵੀ, ਲੋਭ ਵੀ, ਮੋਹ ਵੀ, ਅਹੰਕਾਰ ਵੀ। ਪਰ ਇਹਨਾਂ ਨੂੰ ਜਦੋਂ ਅਸੀਂ ਮਰਿਆਦਾ 'ਚ ਨਹੀਂ ਰੱਖਦੇ, ਗੁਰੂ ਨੇ ਮਰਿਆਦਾ ਦੱਸੀ ਹੈ, ਫਿਰ ਵਿਕਾਰ ਪੈਦਾ ਹੁੰਦੇ ਆ, ਫਿਰ ਵਿਕਾਰ ਬਣਦੇ। ਇਹ ਵਿਕਾਰ ਨਹੀਂ ਨੇ, ਇਹ ਬਲ ਹੈ, ਤਾਕਤ ਹੈ। ਇਹ ਤਾਕਤ ਸਾਨੂੰ ਚਾਹੀਦੀ ਹੈ। ਹੁਣ ਕਾਮ ਨੂੰ ਕਹਿੰਦੇ ਨੇ, ਕਾਮ ਇਜ਼ ਸੈਕਸ਼ੁਅਲਿਟੀ। ਵਿਦਆਊਟ ਸੈਕਸ਼ੁਅਲਿਟੀ ਅ ਮੈਨ ਇਜ਼ ਨਥਿੰਗ, ਵਿਦਆਊਟ ਸੈਕਸ਼ੁਅਲਿਟੀ ਅ ਵੂਮਨ ਇਜ਼ ਨਥਿੰਗ। ਦੇਖੋ ਜਿਹੜੇ ਵਿਚਾਰੇ ਬਿਮਾਰ ਹੁੰਦੇ ਲੋਕੀ, ਉਹ ਫਿਰ ਪੁੱਠੀਆਂ ਰਾਹਾਂ 'ਤੇ ਤੁਰ ਪੈਂਦੇ ਨੇ, ਹੈ ਨਾ। ਇਹ ਥੋੜ੍ਹਾ ਖਰਾਬ ਹੈ ਨਾ, ਇਹ ਤਾਂ ਚਾਹੀਦਾ ਹੈ। ਇਹ ਜ਼ਿੰਦਗੀ ਦਾ ਰਸ ਹੈ, ਔਰ ਇਸ ਰਸ ਦੇ ਵਿੱਚੋਂ ਹੀ ਕ੍ਰੀਏਸ਼ਨ ਪੈਦਾ ਹੁੰਦੀ ਹੈ। ਮਰਦ ਦੀ ਤੇ ਔਰਤ ਦਾ ਜੋੜ, ਜਦੋਂ ਸਾਨੂੰ ਸਤਿਗੁਰਾਂ ਨੇ ਕਿਹਾ ਹੈ ਤੁਹਾਡਾ ਗ੍ਰਿਸ਼ਤ ਪ੍ਰਧਾਨ ਧਰਮ ਹੈ ਸਾਡਾ,
ਧਰਮ ਮਤਲਬ ਫਰਜ਼ ਹੁੰਦਾ, ਹੋਰ ਕੁਝ ਨਹੀਂ ਹੁੰਦਾ। ਤੇ ਸਾਹਿਬ ਜੀ ਕਹਿੰਦੇ ਨੇ ਧਰਮ ਤੁਹਾਡਾ ਕੀ ਹੈ, ਫਰਜ਼ ਕੀ ਹੈ ਤੁਹਾਡਾ, ਕੀ ਹੈ ਕਿ ਮਨੁੱਖ ਤੁਸੀਂ ਹੈਗੇ ਹੋ ਪਰ ਤੁਸੀਂ ਰੱਬ ਦੀ ਅੰਸ਼ ਹੋ। ਭਈਆ ਰੱਬ ਵਰਗੇ ਤਾਂ ਬਣ ਜਾਓ ਥੋੜੇ ਬੁੱਤੇ, ਜ਼ਿਆਦਾ ਨਹੀਂ ਬਣਦੇ, ਕੋਸ਼ਿਸ਼ ਤਾਂ ਕਰੋ। ਐਸੇ ਤਰੀਕੇ ਨਾਲ ਬਿਲਕੁਲ ਤੁਸੀਂ ਗੱਲ ਸਹੀ ਕਹੀ। ਕ੍ਰੋਧ ਵੀ ਵੀਰ ਰਸ, ਹਾਂ ਵੀਰ ਰਸ ਦੀ ਲੋੜ ਹੁੰਦੀ ਹੈ। ਹਾਂ, ਤੇ ਲੋਭ ਇੰਨਾ ਕੁ ਹੋਣਾ ਚਾਹੀਦਾ ਕਿ ਤੁਸੀਂ ਆਪਣਾ ਕਬੀਲਾ ਪਾਲ ਸਕੋ। ਬਿਲਕੁਲ ਪਾਲੋ ਤੇ ਹੋਰਾਂ ਨੂੰ ਵੀ ਪਾਲੋ। ਬਿਲਕੁਲ ਬਿਲਕੁਲ। ਤੁਹਾਡੇ ਕੋਲ ਕੁਝ ਹੋਏਗਾ ਨਹੀਂ, ਤੁਹਾਡੇ ਕੋਲ ਕੌਣ ਬਏਗਾ ਆਣ ਕੇ। ਤੁਸੀਂ ਅਗਰ ਬਿਲਕੁਲ ਹੀ ਹਾਂਜੀ ਮੈਂ ਤਾਂ ਠੰਡਾ, ਬਿਲਕੁਲ ਮੈਨੂੰ ਤਾਂ ਨਹੀਂ ਕ੍ਰੋਧ ਆਉਣਾ ਚਾਹੀਦਾ। ਆ ਜਿਹੜੇ ਜੋਗੀ ਪਰਬਤਾਂ 'ਚ ਗਏ ਸੀ, ਕੀ ਕਰਨ ਗਏ ਸੀ? ਕਾਮ ਨੂੰ ਵਸ ਕਰਨ, ਕ੍ਰੋਧ ਨੂੰ। ਉਹ ਕਹਿੰਦੇ ਉੱਥੋਂ ਦੇ ਤੂੰ ਸਾਰਾ ਛੱਡ ਕੇ ਆ ਗਿਆ ਹੈ ਤੇ ਇੱਥੇ ਤੇਰੇ ਦਿਲ ਦੇ ਵਿੱਚ ਕ੍ਰੋਧ ਨੇ ਤੇ ਕਾਮ ਨੇ ਭਾਂਬੜ ਵਾਲੇ ਹੋਏ। ਪਹਿਲਾਂ ਦੱਸ ਹੈਗੇ ਭਾਂਬੜ ਕੇ ਨਹੀਂ ਮਰ ਗਏ ਤੇਰੇ? ਨਹੀਂ ਮਰੇ। ਕਹਿੰਦੇ ਦੂਸਰਿਆਂ ਦੀਆਂ ਔਰਤਾਂ ਤੇ ਤੇਰੀ ਨਜ਼ਰ ਹੈ। ਹੁਣ ਆਪਾਂ ਸਾਰੀ ਬਾਣੀ ਇੰਨੀ ਜ਼ਿਆਦਾ ਇੱਥੇ ਨਹੀਂ ਪੜ੍ਹ ਸਕਦੇ ਕਿਉਂਕਿ ਟਾਈਮ ਦੀ ਵੀ ਕੰਸਟ੍ਰੇਂਟ ਹੈ। ਹਾਂਜੀ ਹਾਂਜੀ। ਪੜ੍ਹੋ ਵੀਰੋ ਪੜ੍ਹੋ। ਗੁਰੂ ਨੇ ਤੁਹਾਨੂੰ ਇੱਕ ਇੱਕ ਚੀਜ਼ ਸਮਝਾਈ ਹੋਈ ਹੈ ਔਰ ਉਹਨਾਂ ਨੇ ਪੰਡਿਆਂ ਨੂੰ, ਜੋਗੀਆਂ ਨੂੰ, ਮੌਲਵੀਆਂ ਨੂੰ, ਸਭ ਨੂੰ ਮਹਾਰਾਜ ਨੇ ਕਟਹਿਰੇ 'ਚ ਖੜਾ ਕੀਤਾ ਸੀ। ਕਾਮ ਦੱਸੋ ਤੁਹਾਡਾ ਵਸ ਆ ਗਿਆ ਹੈ? ਠੀਕ ਹੈ, ਤੁਸੀਂ ਕਿਹੋ ਜਿਹੇ ਕੁਕਰਮ ਆਪਣੇ ਆਲੇ ਦੁਆਲੇ ਕਰ ਰਹੇ ਹੋ ਇਨ ਦ ਗਾਰਬ ਆਫ ਬੀਇੰਗ ਅ ਹੋਲੀ ਮੈਨ। ਅੱਜ ਵੀ ਹੋਲੀ ਮੈਨ ਬਣੇ ਵੇਖੋ ਡੇਰਿਆਂ 'ਚ, ਕੀ ਉਹ ਸੱਚੇ ਸੌਦਾ ਕੀ ਝੂਠਾ ਸੌਦਾ, ਉਧਰ ਦੂਜੇ ਉਧਰ ਤੀਜੇ ਕਈ ਤੁਰੇ ਫਿਰਦੇ ਕੋਈ ਨੂਰਮਹਿਲੀ ਹੈ, ਕੋਈ ਨੀਲਧਾਰੀ ਹੈ, ਕੋਈ ਕਿਵੇਂ। ਹਾਂ ਤੇ ਕਿੱਥੇ ਉਹਨਾਂ ਕਿੰਨਾ ਗੰਦ ਹੈਗਾ। ਹੁਣ ਮੰਦਿਰਾਂ ਦੀ ਪੁਰਾਣੀ ਕਹਾਣੀ ਜਿਹੜੀ, ਜਿੱਥੇ ਉਹ ਵਿਚਾਰੀਆਂ ਨਗਰ ਵਧੂ ਬਣਾ ਕੇ ਅੱਜ ਵੀ ਹੋ ਰਿਹਾ ਹੈ ਨਾ, ਉਹ ਕੀ ਹੈ? ਤੁਸੀਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ, ਕਮਜ਼ੋਰ ਕਰ ਰਹੇ ਹੋ। ਇਸ ਕਰਕੇ ਕਾਮ ਸਾਹਿਬ ਦੀ ਬਾਣੀ ਦੇ ਵਿੱਚ ਉਹ ਕਹਿੰਦੇ ਨੇ ਮਰਿਆਦਾ 'ਚ ਰਹਿਣਾ। ਅੱਗ ਵੀ ਮਰਿਆਦਾ 'ਚ ਨਹੀਂ ਰਹਿੰਦੀ ਤੇ ਸਾੜ ਦਿੰਦੀ ਹੈ ਨਾ। ਉਹੀ ਅੱਗ ਹੁੰਦੀ ਚੁੱਲ੍ਹੇ 'ਚ ਨਾ ਬਲੇ ਤਾਂ ਰੋਟੀ ਕਿੱਥੋਂ ਮਿਲੂਗੀ ਤੁਹਾਨੂੰ? ਪਾਣੀ ਮਰਿਆਦਾ 'ਚ ਹੈ, ਤੁਹਾਡਾ ਜੀਵਨ ਹੈ। ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ, ਬਾਣੀ ਕਹਿੰਦੀ ਹੈ। ਪਰ ਉਹੀ ਪਾਣੀ ਜੇ ਬੇਮਰਿਆਦਾ 'ਚ ਹੋ ਜਾਏ, ਹੜ੍ਹ ਆ ਜਾਣ ਤੇ ਨਦੀਆਂ ਦੇ ਬੰਨ੍ਹ ਟੁੱਟ ਜਾਣ ਤੇ ਬਰਬਾਦੀ ਹੈ। ਹਵਾ ਦੀ ਵੀ ਇਹੀ ਗੱਲ ਹੈ, ਇਸ ਤਰ੍ਹਾਂ ਮਨੁੱਖੀ ਮਨ ਦੀ ਵੀ ਇਹੀ ਗੱਲ ਹੈ। ਸੋ ਜਿਹੜਾ ਤੁਸੀਂ ਲੋਭ ਦੀ ਗੱਲ ਕੀਤੀ, ਜੇ ਲੋਭ ਨਹੀਂ ਹੋਏਗਾ, ਲੋਭ ਸਾਡਾ ਜਿਹੜਾ ਹੈਗਾ, ਸਾਡੀ ਲੋਚਾ ਵੀ ਉੱਥੋਂ ਪੈਦਾ ਹੁੰਦੀ ਹੈ ਚੰਗੀ ਕਮਾਈ ਕਰਨ ਦੀ, ਚੰਗੀ ਸਿਹਤ ਬਣਾਉਣ ਦੀ ਔਰ ਗੁਰੂ ਨੂੰ ਮਿਲਣ ਦੀ। ਜੇ ਉਹ ਲਾਲਸਾ ਹੀ ਨਹੀਂ ਹੋਏਗੀ ਅਸਾਂ ਕਿੱਦਾਂ ਮਿਲਾਂਗੇ? ਆਪਾਂ ਨਹੀਂ ਮਿਲ ਸਕਦੇ। ਇੱਦਾਂ ਜਿਹੜਾ ਮੋਹ ਹੈਗਾ, ਮੋਹ ਦੇ ਬਿਨਾਂ ਪਰਿਵਾਰ ਨਹੀਂ ਪਲ ਸਕਦਾ। ਅਸੀਂ ਆਪਣੇ ਰਿਸ਼ਤੇਦਾਰਾਂ ਨਾਲ, ਆਪਣੇ ਸਮਾਜ ਵਿੱਚ ਜੁੜ ਨਹੀਂ ਸਕਦੇ, ਪਿਆਰ ਨਹੀਂ ਵਧਾ ਸਕਦੇ। ਪਰ ਉਸ ਮੋਹ ਨੂੰ ਰੋਗ ਬਣਾ ਲੈਣਾ। ਹੁਣ ਨਿਆਣੇ ਨੂੰ, ਮੇਰਾ ਬੱਚਾ ਉੱਥੇ ਬੈਠਾ ਤੇ ਮੇਰੇ ਸਿਰ 'ਚ ਘੁੰਮਦਾ ਹੈ ਰਾਤ ਦਿਨ, ਹਾਏ ਪਤਾ ਨਹੀਂ ਹੁਣ ਕੀ ਹੋ ਗਿਆ ਹੋਣਾ ਹੈ, ਹੁਣ ਤਾਂ ਰੋਟੀ ਨਹੀਂ ਖਾਧੀ ਹੋਣੀ, ਹੁਣ ਤਾਂ ਉਹ ਹੋ ਗਿਆ, ਉਹ ਮੇਰਾ ਰੋਗ ਬਣ ਜਾਏਗਾ। ਕਿਉਂਕਿ ਮੈਂ ਉਹ ਪਿਆਰ ਨਹੀਂ ਰੱਖਿਆ, ਮੋਹ ਬਣਾ ਲਿਆ ਹੈ, ਆਪਣਾ ਰੋਗ ਬਣਾ ਲਿਆ ਹੈ। ਉਹਦੇ 'ਚ ਪੂਰਾ ਚਿੱਤ ਆਪਣਾ ਵਾੜ ਦਿੱਤਾ। ਸਾਰਾ ਚਿੱਤ ਜਿਹੜਾ ਹੈ ਜਾਂ ਮੇਰੀ ਸੁਰਤ ਵਿੱਚ ਉਹਦਾ ਕਬਜ਼ਾ ਹੋ ਗਿਆ। ਸੋ ਸੁਰਤ ਤੇ ਕੁਛ ਨਹੀਂ ਚੜਾਉਣਾ, ਸੁਰਤ ਤੇ ਸਿਰਫ ਸ਼ਬਦ ਚੜਾਉਣਾ ਹੈ। ਜਦੋਂ ਵੀ ਮੇਰੇ ਅੰਦਰ ਇਹ ਗੱਲਾਂ ਚੱਲਣ ਫਿਕਰ ਦੀਆਂ, ਬੱਚੇ ਦੇ ਮੋਹ ਦੀਆਂ ਜਾਂ ਹਸਬੈਂਡ ਦੇ ਮੋਹ ਦੀਆਂ ਜਾਂ ਵਾਈਫ ਦੇ, ਤੇ ਮੈਂ ਆਖਾਂ ਨਹੀਂ, ਉਹ ਤੇਰੀ ਬਖਸ਼ਿਸ਼ ਹੈ, ਉਹ ਤੇਰੇ ਹੁਕਮ 'ਚ ਠੀਕ ਹੈ, ਤਾਂ ਆਈ ਐਮ ਫਾਈਨ। ਤੇ ਠੀਕ ਹੋ ਜਾਏਗਾ ਨਾ, ਉਧਰ ਠੀਕ ਨਹੀਂ ਹੋ ਸਕਦਾ। ਹੰਕਾਰ 'ਚ ਵੀ ਥੋੜਾ ਜਿਹਾ ਹੀ ਫਰਕ ਹੈ। ਦੇਖੋ ਅਸੀਂ ਗੈਰਤਮੰਦ ਲੋਕ ਹਾਂ, ਹੋਰ ਵੀ ਬੜੇ ਹੁੰਦੇ ਨੇ, ਪਰ ਮੈਨੂੰ ਸਿੱਖਾਂ ਦਾ ਪਤਾ, ਮੈਂ ਸਿੱਖਾਂ ਦੀ ਧੀ ਹਾਂ, ਮੈਂ ਗੁਰੂ ਨਾਨਕ ਦੀ ਬੱਚੀ ਹਾਂ। ਗੁਰੂ ਨੇ ਸਾਨੂੰ ਇਹਦੇ ਚੋਂ ਮੈਂ ਇੱਕ ਸਵਾਲ ਨਿਕਲੂਗਾ। ਹਾਂ ਤੁਸੀਂ ਬੋਲੋ। ਹਾਂ, ਗੈਰਤਮੰਦ, ਹੰਕਾਰ ਚ ਅਣਖ ਤੇ ਗੈਰਤ ਉਹ ਕਿੱਥੋਂ ਆਂਦਾ ਹੈ? ਸਵੈਮਾਨ ਚੋਂ ਆਂਦਾ ਹੈ। ਘਮੰਡ ਕੀ ਹੁੰਦਾ ਹੈ? ਸਵੈਮਾਨ ਨਹੀਂ ਹੁੰਦਾ ਘਮੰਡ। ਘਮੰਡ ਹੈ ਮੈਨੂੰ ਤੇ ਆਪਣੇ ਰੂਪ ਦਾ ਘਮੰਡ ਹੋ ਗਿਆ, ਮੈਨੂੰ ਤੇ ਆਪਣੀ ਪੜ੍ਹਾਈ ਦਾ ਹੋ ਗਿਆ, ਮੈਨੂੰ ਤੇ ਆਪਣੇ ਉਹਦਾ ਮੈਨੂੰ ਚੌਧਰ ਪੁਣੇ। ਹੁਣ ਗੁਰਦੁਆਰਿਆਂ ਚੌਧਰ ਤੋਂ ਲੜੀ ਜਾ ਰਹੇ ਨੇ ਹਨਾ, ਮੈਂ ਤੇ ਉਹ ਚੌਧਰੀ ਹਾਂ, ਮੈਂ ਤੇ ਇੱਥੇ ਮਿਲੀਅਨ ਦਿੱਤੇ, ਭਾਵੇਂ ਤੈਨੂੰ ਧੇਲੇ ਦਾ ਵੀ ਪਤਾ ਨਾ ਹੋਵੇ। ਆਮ ਸੌਰੀ, ਨਾਟ ਆਲ ਬਟ ਮੋਸਟਲੀ ਰੌਲਾ ਇੱਥੇ ਇਹ ਹੈਗਾ ਵੈਸਟ ਵਿੱਚ। ਉਹਨੇ ਪੈਸੇ ਲਾਤੇ ਜੀ 2.5 ਮਿਲੀਅਨ ਤੇ ਮੈਂ ਬਣਾਇਆ ਗੁਰਦੁਆਰਾ, ਮੈਨੂੰ ਤੇ ਪਤਾ ਇੱਥੇ ਤੇ ਮੇਰੇ ਹਿਸਾਬ ਨਾਲ ਭਾਈ ਆਊਗਾ, ਸੰਗਤ ਵੀ ਨਹੀਂ ਬੋਲ ਸਕਦੀ ਫਲਾਣਾ। ਆਈ ਮੀਨ ਵਾਟ ਆਰ ਦੇ ਡੂਇੰਗ? ਇਹ ਹੈਗਾ ਘਮੰਡ, ਜਿਹੜਾ ਹੈਗਾ ਮੌਤ ਵਰਤਾਉਣ ਵਾਲਾ। ਤੁਸੀਂ ਉੱਥੇ ਸਾਰੀ ਸੰਗਤ ਚੁੱਪ ਕਰਾਤੀ, ਤੁਸੀਂ ਉੱਥੇ ਗਲਤ ਕੰਮ ਸ਼ੁਰੂ ਕਰਾਤੇ, ਉਹਦੇ ਤੁਹਾਡਾ ਗੁਰਦੁਆਰਾ ਬਣ ਗਿਆ, ਉੱਥੇ ਗੁਰੂ ਦਾ ਤੇ ਗੁਰਦੁਆਰਾ ਪ੍ਰਾਈਵੇਟ ਪ੍ਰਾਪਰਟੀ ਹੋ ਗਈ। ਹਾਂਜੀ, ਨਾਲੇ ਤੁਹਾਡਾ ਕਮਾਈ ਦਾ ਵਸੀਲਾ ਵੀ। ਅੱਛਾ, ਇਹਦੇ ਨਾਲ ਇੱਕ ਗੱਲ ਹੋਰ ਜੁੜੀ ਹੋਈ ਹੈ। ਗੁਰੂ ਗ੍ਰੰਥ ਸਾਹਿਬ 'ਚ ਹੀ ਮਤਲਬ ਦਰਜ ਹੈ ਸ਼ਬਦ, ਜਾਤ ਕਾ ਗਰਭ ਨਾ ਕੀਜੈ ਮੂਰਖ ਕਾ ਵਾਰਾ। ਹਾਂ ਹਾਂ,
ਇਹਨੂੰ ਤੁਸੀਂ ਕਿਵੇਂ ਦੇਖਦੇ ਹੋ, ਕਿਵੇਂ ਇਹਨੂੰ ਦੇਖੋ ਜਿਹੜੀਆਂ ਪਹਿਲੀ ਗੱਲ ਤੇ ਮੈਂ ਉੱਥੇ ਜਾਣਾ ਪਏਗਾ, ਹੁਣ ਕਈਆਂ ਨੂੰ ਮਿਰਚਾਂ ਲੱਗਣਗੀਆਂ ਪਰ ਗੁਰੂ ਮਿਰਚਾਂ ਲਾਉਂਦਾ, ਮੈਂ ਤਾਂ ਲਾਈਆਂ ਨਹੀਂ। ਕਿਉਂਕਿ ਕਈ ਲੋਕ ਸਾਡੇ 'ਚ ਹਲੇ ਵੀ ਆਪਣੇ ਜਾਤ ਪਾਤ ਦਾ ਜਿਹੜਾ ਹੰਕਾਰ ਕਰਦੇ ਨੇ, ਉਹਨਾਂ ਲਈ ਜ਼ਰੂਰ ਸਾਨੂੰ ਕੁਝ ਕਹਿਣਾ ਚਾਹੀਦਾ। ਉਹਨਾਂ ਨੂੰ ਸਾਡਾ ਜਿਹੜਾ ਦ੍ਰਿਸ਼ਟੀਕੋਣ ਆ ਉਹ ਗੁਰੂ ਗ੍ਰੰਥ ਸਾਹਿਬ ਹੀ ਹੋਣਾ ਚਾਹੀਦਾ। ਬਿਲਕੁਲ। ਪਹਿਲੀ ਗੱਲ ਤਾਂ ਇਹ ਹੈ, ਗੁਰੂ ਮਹਾਰਾਜ ਪੁਕਾਰ ਪੁਕਾਰ ਕੇ ਕਹਿੰਦੇ ਨੇ, ਅਵਲ ਅੱਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ। ਹੁਣ ਜੱਗ ਕਹਿਤਾ ਉਹਨਾਂ ਨੇ, ਇਕੱਲੇ ਬੰਦੇ ਨਹੀਂ ਕਹੇ। ਜੋ ਕੁਝ ਦਿਸ ਰਿਹਾ ਤੁਹਾਨੂੰ ਉਹ ਇੱਕੋ ਨੂਰ ਤੋਂ ਬਣਿਆ। ਅੱਜ ਸਾਇੰਸ ਨੇ ਲੱਭ ਲਿਆ ਹੈ ਸਾਡੇ ਅੰਦਰ ਇਲੈਕਟ੍ਰੋਨਸ, ਪ੍ਰੋਟੋਨਸ, ਐਟਮ ਜਿਹੜਾ ਮਾਈਨਿਊਟੈਸਟ ਹੈਗਾ ਉਹ ਸੇਮ ਹੈ, ਸੇਮ ਹੈ। ਦੈਟ ਲਾਈਨ ਆਫ ਐਨਰਜੀ ਜਾਂ ਜਿਹੜੀ ਐਨਰਜੀ ਤੋਂ ਸਾਰੀ, ਹੁਣ ਉਹਨੂੰ ਐਨਰਜੀ ਕਹਿਣ ਲੱਗ ਪਏ ਵੈਸਟ ਵਾਲੇ, ਉਹ ਨੂਰ ਹੀ ਹੈ। ਤੇ ਭਗਤ ਕਬੀਰ ਜੀ ਨੇ 500 ਸਾਲ ਪਹਿਲਾਂ ਕਿਹਾ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਮੰਦਾ ਭਲਾ ਕੋਈ ਕਿੱਦਾਂ ਹੋ ਗਿਆ? ਇਹ ਜਿਹੜਾ ਵਰਣ ਵੰਡ ਹੈ ਇਹ ਪੁਜਾਰੀ ਨੇ, ਖਾਸ ਕਰ ਬ੍ਰਾਹਮਣ ਨੇ ਆਪਣੇ ਮੌਜਾਂ ਲਈ ਬਣਾਇਆ। ਅੱਛਾ, ਕਿਉਂਕਿ ਉਹ ਸਭ ਦਾ, ਜੇ ਉਹ ਬ੍ਰਾਹਮਣ ਨੂੰ ਕਹਿੰਦੇ ਨੇ ਤਾਂ ਮੈਨੂੰ ਲੱਗਦਾ ਜੱਟ ਵੀ ਆ ਜਾਂਦਾ ਉਹਦੇ 'ਚ ਆਂਦਾ। ਦੇਖੋ ਜਿਹੜੇ ਜੱਟ ਨੇ ਨਾ, ਜਾਂ ਜੱਟ ਨੇ ਜਾਂ ਖੱਤਰੀ ਨੇ ਜਾਂ ਸ਼ੂਦਰ ਨੇ ਜਾਂ ਵੈਸ਼ ਨੇ ਜਾਂ ਜੋ ਮਰਜ਼ੀ ਨੇ, ਉਹ ਇੱਕ ਨਹੀਂ ਜਾਤੀ ਹੈਗੀ। ਸ਼ੂਦਰ ਦੀਆਂ ਕਿੰਨੀਆਂ ਜਾਤੀਆਂ ਪਹਿਲਾਂ ਪੜ੍ਹੋ। ਵਾਮਨ ਮੇਸ਼ਰਾਮ ਜੀ ਇੱਕ ਆਰਗੇਨਾਈਜੇਸ਼ਨ ਦੇ ਹੈਗੇ ਮੈਮ, ਉਹਨਾਂ ਦੇ ਪੂਰੀ ਡਿਟੇਲ ਲੱਭੀ ਹੋਈ ਹੈ ਕਿੰਨੇ। ਹਾਂਜੀ, ਬਾਮਸੇਫ ਦੇ। ਉਹ ਉਹਨਾਂ ਦੀ ਗੱਲਾਂ ਸੁਣੋ। I mean, ਪੜਦੇ ਖੁੱਲ ਜਾਂਦੇ। 6000 ਤੋਂ ਜ਼ਿਆਦਾ ਜਾਤੀਆਂ ਨੇ। ਹਾਂਜੀ। ਅੱਛਾ, ਖੱਤਰੀਆਂ ਦੀਆਂ ਕਿੰਨੀਆਂ ਨੇ? ਜੱਟ ਨਹੀਂ ਆਉਂਦੇ ਖੱਤਰੀਆਂ ਦੇ ਲਾਗੇ ਚਾਗੇ ਨਾ। ਵੈਸ਼ ਵਿੱਚ ਜੱਟਾਂ ਨੂੰ ਅਗਲਾ ਸ਼ੂਦਰ ਕਹਿੰਦਾ, ਅੱਜ ਵੀ ਸ਼ੂਦਰ ਮੰਨਦਾ ਹੈ। ਹੁਣ ਉਹਨਾਂ ਨੇ ਪੰਜਾਬ 'ਚ ਜੱਟਵਾਦ ਨੂੰ ਇੱਕ ਹਊਆ ਬਣਾ ਕੇ ਪੇਸ਼ ਕਰਤਾ। ਉਹਨੂੰ ਕਹਿਤਾ ਕਿ ਤੁਸੀਂ ਤਾਂ ਸਾਡੇ ਵਰਗੇ, ਸਾਡੇ ਨਾਲ ਬਹਿ ਜਾਓ। ਵਾਈ? ਬਿਕੋਜ਼ ਜੱਟ ਲੜ ਸਕਦਾ, ਉਹ ਜ਼ਮੀਨਾਂ 'ਚ ਕੰਮ ਕਰਦਾ, ਉਹ ਤਾਕਤਵਰ ਹੁੰਦਾ, ਉਹਨੂੰ ਪਤਾ ਨਹੀਂ ਲੱਗਦਾ, ਉਹਨੂੰ ਤੁਸੀਂ ਜਿੱਥੇ ਲਾ ਦਿਓ ਉਹਨੇ ਉੱਥੇ ਲੱਗ ਜਾਣਾ ਹੈ। ਸੋ ਉਹਨੂੰ ਇੰਨਾ ਬਦਨਾਮ ਕਰ ਦਿੱਤਾ ਗਿਆ ਕਿ ਦੂਜੇ ਜਣੇ ਉਹਨੂੰ ਹੇਟ ਕਰਨ ਲੱਗ ਪਏ। ਵੀ ਸ਼ੁਡ ਨਾਟ ਬੀ ਡੂਇੰਗ ਇਟ। ਪਹਿਲੀ ਗੱਲ ਤੇ ਆਏ। ਦੇਖੋ ਗੁਰਦੁਆਰੇ, ਹੁਣ ਮੇਰੇ ਵੀਰ ਮਾਫ ਕਰਨਾ, ਕਈਆਂ ਨੇ ਭਗਤ ਰਵਿਦਾਸ ਜੀ ਨੂੰ ਵੱਖਰਾ ਕੱਢ ਕੇ ਬਣਾ ਲਿਆ। ਗੁਰੂ ਰਵਿਦਾਸ ਜੀ ਤੇ ਉੱਥੇ ਟੈਂਪਲ ਬਣਾਤਾ ਤੇ ਉੱਥੇ ਉਹਨਾਂ ਦੀ ਬੁੱਤ ਲਾ ਕੇ ਤੇ ਕਹਿੰਦੇ ਨਹੀਂ ਇਹਨਾਂ ਦਾ ਤੇ ਅਸੀਂ ਕੁਝ ਨਹੀਂ ਲੈਣਾ ਦੇਣਾ। ਵਾਟ ਆਰ ਯੂ ਡੂਇੰਗ? ਭਗਤ ਰਵਿਦਾਸ ਜੀ ਜਿੱਥੋਂ ਦੇ ਹੈਗੇ ਬਨਾਰਸ ਦੇ, ਉੱਥੇ ਜੋ ਕੁਝ ਲਿਖਿਆ ਮਿਲਦਾ ਉਹ ਕੁਝ ਰਲਦਾ ਹੀ ਨਹੀਂ ਹੈ ਉਹਨਾਂ ਦੇ ਨਾਲ, ਜੋ ਕਹਿੰਦੇ ਸੀ, ਜੋ ਕਰਦੇ ਸੀ। ਤੇ ਮਹਾਰਾਜ ਗਏ, ਉਹ ਸੁੱਚੀ ਸੱਚੀ ਬਾਣੀ ਚੁੱਕ ਕੇ ਲਿਆ ਕੇ ਦਰਜ ਕਰਕੇ ਨਾਲ ਬਿਠਾਇਆ ਉਹਨਾਂ ਨੇ। ਗੁਰੂ ਤੇ ਭਗਤ ਵਿੱਚ ਫਰਕ ਹੁੰਦਾ। ਹੁਣ ਇੱਥੇ ਗੱਲ ਆ ਗਈ ਹੈ ਨਾ ਮੂਰਤੀ ਪੂਜਾ ਦੀ। ਹਾਂ, ਭਗਤ ਰਵਿਦਾਸ ਜੀ ਨੇ ਵੀ ਮੂਰਤੀ ਪੂਜਾ ਦਾ ਵਿਰੋਧ ਕੀਤਾ। ਉਹ ਤੇ ਕੁਝ ਵੀ ਨਹੀਂ ਕਰਦੇ, ਮੂਰਤੀ ਦੇ ਲਾਗੇ ਨਹੀਂ ਜਾਣ ਦਿੰਦੇ ਉਹਨਾਂ ਨੂੰ। ਤੇ ਉਹਨਾਂ ਦੀ ਹੀ ਮੂਰਤੀ ਬਣਾ ਦਿੱਤੀ। ਵੇਖੋ ਜਾਤ ਪਾਤ ਦੇਖੋ ਨਾ। ਹੁਣ ਜਿਹੜੇ ਸਾਡੇ ਸੋ ਕਾਲਡ ਦਲਿਤ, ਕਿੰਨੇ ਕਿਹਾ ਇਹਨਾਂ ਨੂੰ? ਉਸ ਗਾਂਧੀ ਨੇ, ਮਤਲਬ ਦਲੇ ਹੋਏ, ਹਾਂ, ਦਲੇ ਮਲੇ ਹੋਏ। ਉਸ ਗਾਂਧੀ ਨੇ ਹਰੀਜਨ ਕਹਿਤਾ, ਉਹ ਵੀ ਚਲਾਕੀ ਨਾਲ। ਪਾੜੇ ਉਸੇ ਨੇ ਪਾਏ ਸੀਗੇ ਸਾਰੇ। ਠੀਕ ਹੈ ਜੀ। ਇਹ ਜਿਹੜੇ ਕਨਸਟੀਟਿਊਸ਼ਨ ਚ ਬਣਾਇਆ ਨਾ ਇਤਰਾਨਾ ਨੇ, ਜਿਹੜੇ ਅੰਬੇਦਕਰ ਸਾਹਿਬ ਦੇ ਉੱਤੇ ਵੀ ਤਲਵਾਰ ਧਰੀ ਹੋਈ ਸੀ ਉਹਨਾਂ ਨੇ। ਅੱਛਾ, ਹੁਣ ਜਿਹੜੀ ਤੁਸੀਂ ਜਾਤੀ ਦੀ ਗੱਲ ਕੀਤੀ ਸੀ, ਜੇ ਸਿੱਖ ਗੁਰੂ ਨਾਨਕ ਦੇ ਘਰ ਦਾ ਹੈਗਾ ਤੇ ਉਹ ਜਾਤੀ ਮੰਨਦਾ ਹੈ ਤੇ ਉਹ ਸਿੱਖ ਨਹੀਂ ਹੈ। ਉਹ ਸਿੱਖ ਨਹੀਂ ਹੈਗਾ, ਉਹ ਹੈਗਾ ਬ੍ਰਾਹਮਣ ਦਾ ਪੁੱਤ। ਬਿਲਕੁਲ। ਭਾਵੇਂ ਉਹ ਖੱਤਰੀ ਹੈ, ਭਾਵੇਂ ਜੱਟ ਹੈ, ਭਾਵੇਂ ਸੈਣੀ ਹੈ, ਤੇ ਭਾਵੇਂ ਜੱਟ ਹੈ, ਤੇ ਭਾਵੇਂ ਚਮਾਰ। ਤੁਸੀਂ ਜਦੋਂ ਚਮਾਰ ਹੀ ਲਾ ਲਿਆ ਨਾਂ ਦੇ ਨਾਲ, ਕਿਉਂ ਤੁਸੀਂ ਚਮਾਰ ਲਾਇਆ? ਪਹਿਲੀ ਗੱਲ ਤੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦੀ ਜਿਹੜੇ ਆਪਣੇ ਆਪ ਨੂੰ ਨੀਵੀਂ ਜਾਤ ਕਹਿੰਦੇ ਆ, ਚਮਾਰ ਤੁਸੀਂ ਕਿਉਂ ਕਹਿ ਰਹੇ ਹੋ? ਵਾਈ ਆਰ ਯੂ ਚਮਾਰ? ਤੁਹਾਨੂੰ ਚਮਾਰ ਨਾਂ ਦਿੱਤਾ ਹੀ ਕਿੰਨੇ? ਗੁਰੂ ਨੇ ਤਾਂ ਨਹੀਂ ਦਿੱਤਾ। ਗੁਰੂ ਤੇ ਕਹਿੰਦਾ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ। ਕਹਿੰਦੇ ਮੈਂ ਤਾਂ ਸਭ ਤੋਂ ਨੀਵਾਂ ਵਾਂ, ਮੇਰੀ ਨੀਵਿਆਂ ਨਾਲ ਦੋਸਤੀ ਹੈ। ਠੀਕ ਹੈ। ਉਹ ਕਹਿੰਦੇ ਮੈਂ ਤਾਂ ਵੱਡਿਆਂ ਨਾਲ ਕੁਝ, ਵੱਡਿਆਂ ਮਤਲਬ ਜਾਤੀ ਦੇ ਵੱਡਿਆਂ ਨਾਲ ਮੈਨੂੰ ਕੁਝ ਲੈਣ ਦੇਣਾ, ਬਾਹਮਣਾ ਨਾ ਖੱਤਰੀਆਂ ਨਾਲ। ਖੱਤਰੀਆਂ ਦਾ ਧਰਮ ਛੋੜਿਆ, ਮਲੇਸ਼ ਭਾਖਿਆ ਗਈ, ਰਾਈਟ? ਬਿਲਕੁਲ। ਤੇ ਬ੍ਰਾਹਮਣ ਨੂੰ ਤੇ 100 ਛਿੱਤਰ ਵੱਜੇ ਹੋਏ ਨੇ, ਜਿਹੜਾ ਆਪਣੇ ਆਪ ਨੂੰ ਸਿਰਫ ਬ੍ਰਾਹਮਣ ਕਹਿੰਦਾ ਹੈ, ਜਿਹੜਾ ਬ੍ਰਹਮ ਦੀ ਵਿਦਿਆ ਦਿੰਦਾ ਹੈ। ਉਹ ਕਹਿੰਦੇ ਨਾ ਤਿਸ ਪੰਡਤ ਕੋ ਸਦਾ ਆਦੇਸ਼, ਇਹ ਵੀ ਬਾਣੀ ਚ ਆਉਂਦਾ। ਸੋ ਬ੍ਰਾਹਮਣ ਜੋ ਬਿੰਦੇ ਬ੍ਰਹਮ, ਇਹ ਵੀ ਆਉਂਦਾ ਹੈ। ਹੁਣ ਬ੍ਰਾਹਮਣ ਕੌਣ ਹੈ ਅਸਲ ਚ? ਮੈਂ ਵੀ ਤਾਂ ਬ੍ਰਾਹਮਣ ਆ ਇਸ ਟਾਈਮ, ਤੁਸੀਂ ਵੀ। ਇਹ ਆਪਣੇ ਆਪ ਹੀ ਸਵਾਲ ਪੈਦਾ ਹੋ ਜਾਂਦਾ। ਦੇਖੋ ਬੜਾ ਕਲੀਅਰ ਜੀ ਗੱਲ ਹੈ ਕਿ ਫਿਰ ਬ੍ਰਾਹਮਣ ਹੈ ਕੌਣ? ਹੈ ਬ੍ਰਾਹਮਣ ਕੌਣ ਹੈ? ਬ੍ਰਾਹਮਣ ਉਹ ਹੈ ਜੋ ਬ੍ਰਹਮ ਦੀ ਵਿਦਿਆ ਦੀ ਟੀਚਿੰਗ ਦੂਜੇ ਨੂੰ ਦੇ ਸਕਦਾ ਹੈ ਔਰ ਬ੍ਰਹਮ ਦੇ ਮੁਤਾਬਿਕ ਜਿਉਂਦਾ ਹੈ। ਬ੍ਰਹਮ ਕੌਣ ਹੈ? ਸਾਡਾ ਆਦ ਔਰ ਅੰਤ, ਸਾਡਾ ਧੁਰਾ।
ਹੁਣ ਆ ਸਾਰੀ ਬ੍ਰਹਮ ਵਿਦਿਆ ਹੈ ਗੁਰਬਾਣੀ। ਬ੍ਰਹਮ ਵਿਦਿਆ ਸਭ ਤੋਂ ਔਖੀ ਵਿਦਿਆ ਹੈ। ਇਹਦੇ ਸਾਇੰਸ, ਮੈਥ, ਐਸਟ੍ਰੋਨੋਮੀ, ਆਲ ਲੱਲੇ ਭੱਬੇ ਜਿੰਨੇ ਵੀ ਹੈਗੇ ਉਹ ਥੱਲੇ ਹੈ। ਉਹਨਾਂ ਦਾ ਝਗੜਾ ਹੀ ਕੀ ਸੀ ਪੁਜਾਰੀਆਂ ਦਾ ਗੁਰੂ ਨਾਨਕ ਨਾਲ, ਤੇ ਅੱਜ ਤੱਕ ਉਹਦੀ ਉਮਤ ਨਾਲ ਝਗੜਾ ਕੀ ਹੈ ਕਿ ਤੁਹਾਨੂੰ ਨਹੀਂ ਬ੍ਰਹਮ ਦੀ ਗੱਲ ਕਰਨ ਦੇਣੀ, ਉਹ ਤੇ ਅਸੀਂ ਦੱਸਣੀ ਹੈ ਇਹਨਾਂ ਨੂੰ। ਆ ਸਾਰੇ ਸਾਡੀ ਸੇਵਾ 'ਚ ਨੇ। ਖੱਤਰੀ ਮੇਰੇ ਲਈ ਲੜੇਗਾ, ਵੈਸ਼ ਮੇਰੇ ਦਾ ਸਾਰਾ ਬਿਜ਼ਨਸ ਕਰੇਗਾ ਤੇ ਪੈਸੇ ਮੈਨੂੰ ਲਿਆ ਕੇ ਦੇਗਾ, ਤੇ ਸ਼ੂਦਰ ਤੇ ਰੱਖੇ ਹੀ ਸਾਡੀਆਂ ਸਾਫ਼ ਕਰੋ ਗੰਦਮੰਦ ਸਾਡਾ, ਤੇ ਘਰੇ ਝਾੜੂ ਲਾਓ ਤੇ ਰਹੋ ਉੱਥੇ। ਤੁਹਾਡੇ ਪੱਲੇ ਕੁਛ ਨਹੀਂ ਹੋ ਸਕਦਾ, ਤੁਸੀਂ ਕੋਈ ਜਾਇਦਾਦ ਨਹੀਂ ਬਣਾ ਸਕਦੇ। ਹੁਣ ਚਲੋ ਬਦਲਦਾ, ਪਰ ਇਟਸ ਨਾਟ ਈਵਨ, ਅਜੇ 1% ਵੀ ਨਹੀਂ ਬਦਲਿਆ। ਗੁਰੂ ਨੇ ਕਿਹਾ ਇਹ ਹੋ ਹੀ ਨਹੀਂ ਸਕਦਾ। ਦੇਖੋ ਗੁਰੂ ਕਾ ਸਿੱਖ ਜਾਤੀ ਪਾਤੀ ਤੇ ਆਪਾਂ ਨੂੰ ਸਮਝਣਾ ਪਏਗਾ। ਗੁਰਬਾਣੀ ਗੁਰਦੁਆਰੇ ਦੇ ਅੰਦਰ, ਜਦੋਂ ਤੁਸੀਂ ਅਸੀਂ ਪਿਛਲੇ ਪ੍ਰੋਗਰਾਮ 'ਚ ਗੱਲ ਕੀਤੀ ਸੀ ਸਟੇਟ ਵਿਦ ਇਨ ਅ ਸਟੇਟ, ਗੁਰਦੁਆਰਾ ਇੱਕ ਐਸਾ ਇੰਸਟੀਟਿਊਸ਼ਨ ਹੈ ਜਿੱਥੇ ਤੁਸੀਂ ਚਾਰੇ ਜਾਤ ਇਕੱਠੀ ਹੁੰਦੀ ਹੈ, ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼। ਉਪਦੇਸ਼ ਚੋਂ ਵਰਨਾ ਕੋ ਸਾਂਝਾ। ਹਾਂ, ਜਦੋਂ ਅਸੀਂ ਗੁਰੂ ਕੇ ਤਖਤ ਤੇ ਬਹਿ ਗਏ, ਗੁਰਦੁਆਰੇ 'ਚ ਤਖਤ ਬਣਿਆ ਨਾ, ਉਹਨੂੰ ਮਸਨਦ ਵੀ ਕਹਿੰਦੇ ਸੀ। ਮਸੰਦ ਉੱਥੋਂ ਹੀ ਬਣੇ ਸੀ, ਫਿਰ ਉਹ ਖਰਾਬ ਹੋ ਗਏ, ਮਾਰਨ ਨੂੰ ਸਾੜਨੇ ਪਏ। ਹੁਣ ਗੁਰੂ ਕਾ ਤਖਤ ਕਿਹਨੂੰ ਮਿਲਦਾ ਹੈ? ਜਿਹੜਾ ਉਸ ਬ੍ਰਹਮ ਦੀ ਵਿਦਿਆ ਨੂੰ ਗਾਉਣਾ ਜਾਣਦਾ ਹੈ, ਉਹਦੀ ਵਿਆਖਿਆ ਕਰਨਾ ਜਾਣਦਾ ਹੈ, ਗੁਰਸ਼ਬਦ ਦੀ ਸਾਂਝ ਆਪਣੀ ਸੰਗਤ ਨਾਲ ਪਾਉਂਦਾ ਹੈ। ਜਿਨ੍ਹਾਂ ਵੀਰਾਂ ਨੂੰ ਨਹੀਂ ਪਤਾ ਉਹ ਬ੍ਰਾਹਮਣ ਹੋ ਗਿਆ। ਹੁਣ ਅੱਗੇ ਆ ਗਿਆ ਖੱਤਰੀ। ਖੱਤਰੀ ਕੌਣ ਹੈ? ਉੱਥੇ ਸਾਡੇ ਖਾਲਸਾ, ਸਾਡੇ ਸ਼ਸਤਰਧਾਰੀ ਜਿਹੜੇ ਗੁਰਦੁਆਰੇ ਦੀ ਪ੍ਰੋਟੈਕਸ਼ਨ ਕਰਦੇ ਨੇ। ਆ ਹੁਣ ਇੱਥੇ ਸ਼ੂਟਿੰਗ ਹੁੰਦੀਆਂ ਨੇ ਜਾਂ ਉੱਥੇ ਲੜਾਈਆਂ ਹੁੰਦੀਆਂ ਨੇ, ਬਚਾਊ ਕਿਹੜਾ? ਜਿਹੜਾ ਬਾਹੂਬਲ ਵਾਲਾ, ਜਿਹਦੇ ਕੋਲ ਸ਼ਸਤਰ ਨੇ, ਗੁਰੂ ਦੀ ਜਿਹੜੀ ਉਸ ਪੂਰੇ ਇੰਸਟੀਟਿਊਸ਼ਨ ਦੀ ਰੱਖਿਆ ਦੇ ਲਈ ਆ, ਉਹ ਖੱਤਰੀ ਨੇ, ਰਾਈਟ। ਵੈਸ਼ ਕੌਣ ਨੇ? ਗੁਰਦੁਆਰੇ ਦੇ ਅੰਦਰ ਖਾਣਾ ਪੀਣਾ ਵੀ ਚੱਲਦਾ, ਲੰਗਰ। ਗੁਰਦੁਆਰੇ ਦੇ ਅੰਦਰ ਬ੍ਰਹਮ ਵਿਦਿਆ ਚੱਲਦੀ ਹੈ, ਗੁਰਬਾਣੀ ਦਾ ਪ੍ਰਸਾਰਣ, ਗੁਰਬਾਣੀ ਦੀ ਵਿਆਖਿਆ, ਗੁਰਬਾਣੀ ਦਾ ਗਾਉਣਾ, ਗੁਰਬਾਣੀ ਦਾ ਸੁਣਨਾ, ਗੁਰਬਾਣੀ ਦਾ ਮੰਨਣਾ। ਗੁਰਦੁਆਰੇ ਦੇ ਅੰਦਰ ਰਸਦ ਆਉਂਦੀ ਹੈ ਲੱਖਾਂ ਦੀ, ਠੀਕ ਹੈ ਜੀ, ਉਹਦਾ ਹਿਸਾਬ ਕਿਤਾਬ ਦੇਖਣਾ। ਗੁਰਦੁਆਰੇ ਦੇ ਅੰਦਰ ਰਿਹਾਇਸ਼ ਹੈ, ਨਿਆਸਰਿਆਂ ਲਈ ਆਸਰਾ ਹੈਗਾ, ਬਿਲਕੁਲ, ਠੀਕ ਹੈ ਜੀ। ਤੇ ਗੁਰਦੁਆਰੇ ਦੇ ਅੰਦਰ ਸ਼ਸਤਰ ਵਿਦਿਆ ਦਾ ਵੀ ਪ੍ਰਬੰਧ ਹੈ। ਗੁਰਦੁਆਰੇ ਦੇ ਅੰਦਰ ਸਫਾਈ ਵੀ ਹੁੰਦੀ ਹੈ। ਇੱਥੇ ਆ ਗਏ ਵੈਸ਼ ਦਾ ਕੰਮ, ਉਹ ਸਾਰੇ ਹੀ ਆ ਗਏ। ਖੱਤਰੀ ਦਾ ਕੰਮ ਰੱਖਿਆ ਕਰਨੀ। ਹਾਂ, ਖੱਤਰੀ ਦਾ ਕੰਮ ਹੈ ਕਿ ਖਲੋਣਾ, ਮੈਂ ਪ੍ਰੋਟੈਕਸ਼ਨ। ਹੁਣ ਕਹਿੰਦੇ ਨਾ ਗੁਰੂ ਸਾਹਿਬ ਦੇ ਉੱਤੇ ਖਾਲਸੇ ਦਾ ਪਹਿਰਾ ਹੈ, ਉਹਨੂੰ ਕਹਿੰਦੇ ਜੀ ਅੱਛਾ ਪਹਿਰਾ ਕਿੱਦਾਂ ਕਹਿਤਾ? ਮਤਲਬ ਅਕਲ ਨਹੀਂ ਹੈਗੀ ਤੁਹਾਨੂੰ। ਸੱਚੀ ਸੁੱਚੀ ਐਡਾ ਖਜ਼ਾਨਾ ਹੈ ਕੀਮਤੀ, ਇਹਨੂੰ ਰਤਨ ਕਹਿੰਦੇ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਇਹ ਮਹਾਰਾਜ ਗੁਰੂ ਅਰਜਨ ਪਾਤਸ਼ਾਹ ਦਾ ਸ਼ਬਦ ਹੈ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ। ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਏ। ਤੇ ਉਸ ਖਜ਼ਾਨੇ ਉੱਤੇ ਤੇ ਸਾਰੀ ਅੱਜ ਤੱਕ ਦੀ ਜਿੰਨੇ ਵਾਰ ਨੇ ਇਸ ਖਜ਼ਾਨੇ ਤੇ ਨੇ ਕਿ ਇਹਨੂੰ ਖਤਮ ਕਰਨਾ ਹੈ। ਸ਼ਬਦ ਤੇ ਵਾਰ ਨੇ। ਹਾਂ, ਗੁਰੂ ਗ੍ਰੰਥ ਸਾਹਿਬ ਤੇ ਵਾਰ ਨੇ। ਉਹ ਆ ਗਏ ਸੀ ਨਾ, ਧੀਰ ਮੱਲੀਏ ਲੈ ਗਏ ਸੀ ਨਾ ਖੋ ਕੇ। ਸ਼ਾਇਦ ਇਹੋ ਹੀ ਕਾਰਨ ਹੈ ਕਿ ਵਾਰ-ਵਾਰ ਬੇਅਦਬੀ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਦੀ। ਉਹ ਗੁਰੂ ਦੀ ਬੇਅਦਬੀ ਨਹੀਂ ਹੈ, ਗੁਰੂ ਦੀ ਕਦੇ ਬੇਅਦਬੀ ਨਹੀਂ ਹੁੰਦੀ, ਕਦੇ ਵੀ ਨਹੀਂ ਹੁੰਦੀ। ਪਰ ਸਾਡੇ ਹਿਰਦੇ ਵਲੂੰਦਰ ਰਹੇ ਨੇ ਕਿ ਲੋ ਐਡੇ ਤੁਸੀਂ ਗੁਰੂ ਕੇ, ਤੁਹਾਨੂੰ ਤਾਂ ਆਪਣਾ ਗੁਰੂ ਸਾਂਭਣਾ ਨਹੀਂ ਆਉਂਦਾ। ਇਹ ਸਾਡੇ ਉੱਤੇ, ਸਾਨੂੰ ਇੱਕ ਲਾਨਤ ਹੈ। ਆਈ ਐਮ ਸੌਰੀ, ਕਿਉਂਕਿ ਅਸੀਂ ਕਿਉਂ ਨਹੀਂ ਪ੍ਰੋਟੈਕਟ ਕਰ ਰਹੇ? ਕਿਉਂ ਅਸੀਂ ਖੁੱਲੇ ਸੱਦੇ ਦਿੱਤੇ ਹੋਏ ਆ, ਹਾਂਜੀ ਤੁਸੀਂ ਵੜੋ, ਤੁਸੀਂ ਵਾਈ? ਹਾਂ, ਗੁਰੂ ਨੇ ਕਿਹਾ ਸਭ ਨੂੰ ਆਉਣ ਦਿਓ। ਕੋਈ ਅਕਲ ਵੀ ਵਰਤ ਲਓ। ਸੌਰੀ, ਆਈ ਐਮ ਲਿਟਲ ਬਿਟ, ਮੇਰਾ ਇਮੋਸ਼ਨਲ ਉਹ ਆ ਗਿਆ ਬਾਹਰ। ਗੁਰਦੁਆਰੇ ਦੇ ਦਰ ਦੇ ਉੱਤੇ ਸ਼ਸਤਰਧਾਰੀ ਬੰਦੇ ਖਲੋਤੇ ਹੋਣੇ ਚਾਹੀਦੇ, ਉਹ ਇੱਕ ਇੱਕ ਨੂੰ ਪਰਖ ਕੇ ਅੰਦਰ ਭੇਜਣ। ਹਾਊ ਡੇਅਰ ਯੂ ਗੋ? ਇਹ ਸਾਡਾ ਐਡਾ ਵੱਡਾ ਇਲਾਹੀ ਦਰਬਾਰ ਹੈ, ਤੁਸੀਂ ਐਸੇ ਜੋ ਗੰਦੇ ਮੰਦੇ ਲੰਡੀ ਬੁੱਚੀ ਅੰਦਰ ਵਾੜੀ ਆ ਰਹੇ ਹੋ। ਵਾਈ? ਪਰ ਕਿਉਂ ਨਹੀਂ ਹੋ ਰਿਹਾ? ਕਿਉਂਕਿ ਜਿਹੜੀਆਂ ਸਰਕਾਰਾਂ ਨੇ ਉਹ ਤੇ ਉਹਦੇ ਨਾਲ ਰਲੀਆਂ ਹੋਈਆਂ ਨੇ ਕਿ ਇੱਥੇ ਰਲਾ ਗੋਬਲਾ ਸਭ ਕਰ ਦੋ। ਉਹ ਉੱਠਦੇ ਹੁੰਦੇ, ਪੜ ਮਾਰੋ, ਗਾਟਾ ਲਾ ਕੇ ਉਹ ਮਾਰੋ ਉਹਦਾ। ਖੱਤਰੀ ਦਾ ਕੰਮ ਕੀ ਹੈ? ਜਦੋਂ ਪੰਜਾਬ ਦਾ ਨਾਂ ਐਮਨਾਬਾਦ ਸੀਗਾ ਪਹਿਲੇ, ਠੀਕ ਹੈ ਜੀ, ਮਦਰ ਦੇਸ਼ ਵੀ ਕਦੀ ਕਹਿੰਦੇ ਸੀ, ਕਿਉਂ ਲੁੱਟਿਆ ਗਿਆ? ਕਿਉਂਕਿ ਅਯਾਸ਼ ਹੋ ਗਏ ਸੀ ਸਾਰੇ। ਖੱਤਰੀਆਂ ਤਾਂ ਧਰਮ ਛੋੜਿਆ, ਮਲੇਸ਼ ਭਾਖਿਆ ਗਈ। ਹੁਣ ਅਸੀਂ ਇੱਥੇ ਆ ਕੇ, ਸੌਰੀ, ਇਹ ਨਹੀਂ ਕਿ ਇੰਗਲਿਸ਼ ਨਹੀਂ ਸਿੱਖਣੀ, ਸਪੈਨਿਸ਼ ਨਹੀਂ ਸਿੱਖਣੀ, ਆਪਣੀ ਪੰਜਾਬੀ ਕਿਉਂ ਛੱਡੀ? ਕਿਉਂ ਗੁਰਮੁਖੀ ਛੱਡੀ? ਕਿਉਂ ਗੁਰਬਾਣੀ ਛੱਡੀ? ਆਪਾਂ ਤਾਂ ਨਾ ਤੇ ਅਸੀਂ ਆ ਰਹੇ ਤੇ ਨਾ ਅਸੀਂ ਆ ਰਹੇ। ਗੋਰੇ ਤੇ ਨਹੀਂ ਬਣਨ ਲੱਗੇ ਅਸੀਂ ਇੰਗਲਿਸ਼ ਬੋਲ ਬੋਲ ਕੇ। ਨੋ, ਡੂ ਨਾਟ ਫੋਰਗੇਟ ਹੂ ਯੂ ਆਰ, ਡੂ ਨਾਟ ਕੱਟ ਯੋਰ ਰੂਟਸ। ਜਿਸ ਦਰਖਤ ਦੀਆਂ ਜੜ੍ਹਾਂ ਕੱਟੀਆਂ ਜਾਣ ਉਹ ਕਦੀ ਨਹੀਂ ਬਚਦਾ, ਤੇ ਅਗਲੇ ਜੜ੍ਹਾਂ ਹੀ ਕੱਟ ਰਹੇ ਤੁਹਾਡੀਆਂ। ਤੁਹਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਅਗਲਿਆਂ ਤੋੜਤਾ,
ਵੈਰੀਆਂ ਨੇ। ਕਿਉਂ ਟੁੱਟੇ ਸੀ? ਸਾਡੀ ਸ਼ਾਹ ਰਗ ਗੁਰੂ ਗ੍ਰੰਥ ਸਾਹਿਬ ਹੈ, ਕਹਿੰਦੇ ਜਿਉਂ ਜਿਉਂ ਮਛਲੀ ਜਲ ਬਿਨ ਹੈ ਮਰਤੀ ਤਿਉਂ ਗੁਰਸਿੱਖ ਗੁਰ ਬਿਨ ਮਰ ਜਾਏ, ਇੱਦਾਂ ਕਰਕੇ ਕੁਛ ਮੈਨੂੰ ਪੂਰੀ ਤੁਕ ਸੌਰੀ ਯਾਦ ਨਹੀਂ ਹੈ। ਜੋ ਪ੍ਰਾਣੀ ਜਲ ਬਿਨ ਹੈ ਮਰਤਾ ਤਿਉਂ ਗੁਰਸਿੱਖ ਗੁਰ ਬਿਨ ਮਰ ਜਾਈ। ਸਿੱਖ ਰੋਟੀ ਤੋਂ ਬਿਨਾ ਜੀ ਸਕਦਾ ਹੈ, ਪਾਣੀ ਤੋਂ ਬਿਨਾ ਵੀ ਜੀ ਸਕਦਾ ਹੈ, ਗੁਰੂ ਤੋਂ ਬਿਨਾ ਇੱਕ ਸਾਹ ਵੀ ਨਹੀਂ ਜੀ ਸਕਦਾ, ਮਰ ਜਾਏਗਾ, ਖਤਮ ਹੋ ਜਾਏਗਾ। ਪਰ ਜਿਹੜਾ ਸਿੱਖ ਜਿਹੜਾ ਜੇ ਤੁਸੀਂ ਕਹਿੰਦੇ ਹੋ ਸਿੱਖ, ਵਾਈ ਯੂ ਆਰ ਸੇਇੰਗ ਕਿ ਆਮ ਅ ਸਿੱਖ। ਹੁਣ ਮੇਰੇ ਬੇਟੇ ਨੇ ਉਹਨੇ ਸਵਾਲ ਪੁੱਛਿਆ ਆਪਣੇ ਦੋਸਤ ਨੂੰ, ਬੜਾ ਤਗੜਾ ਉਹਦਾ ਬਾਣਾ ਸਭ, ਉਹ ਕਹਿੰਦਾ ਅਸੀਂ ਤੇ ਆਹ ਕੀਤਾ 8 ਸਾਲ। ਉਹ ਕਹਿੰਦਾ ਮੈਨੂੰ ਇੱਕ ਬਾਣੀ ਦਾ ਪਹਿਲਾਂ ਮੀਨਿੰਗ ਕਰਕੇ ਦੱਸ, ਇੱਕ ਪੌੜੀ ਦਾ ਹੀ ਦੱਸ ਦੇ, ਗੁਰਬਾਣੀ ਦੀ ਪਹਿਲੀ ਪੌੜੀ ਦਾ ਜਪਜੀ ਦਾ ਮੈਨੂੰ ਅਰਥ ਸਮਝਾ ਦੇ ਤੇ ਤੇਰੀ ਸਾਰੀ 8 ਸਾਲਾਂ ਦੀ ਘੱਲਣਾ ਮੈਂ ਮੰਨ ਜੂ। ਨਹੀਂ ਆਇਆ ਨਾ। ਵਾਈ? ਤੁਸੀਂ ਤਾਂ ਆਪਣੇ ਪਿਓ ਨਾਲ ਗੱਲਾਂ ਕਰਨ ਜੋਗੇ ਨਹੀਂ ਰਹਿ ਗਏ। ਪਿਓ ਦਾਦੇ ਦਾ ਖਜ਼ਾਨਾ ਤੁਹਾਡੇ ਕੋਲ ਪਿਆ ਹੈ, ਖੋਲੋਗੇ ਕਿੱਦਾਂ? ਕਿਵੇਂ ਰਤਨ ਲਾਲ ਆਪਣੇ ਗਲੇ ਹੀਰਿਆਂ ਪਾਓਗੇ? ਹੁਣ ਅਸੀਂ ਕਹਿੰਦੇ ਆ ਕਿ ਹੀਰਾ ਹੈ ਨਾਮ। ਹੀਰਾ ਪੈਂਦਾ ਕਿੱਥੇ? ਇੱਥੇ। ਜਿਹਦੇ ਗਲੇ ਵਿੱਚ ਗੁਰੂ ਵਸ ਗਿਆ ਨਾ, ਹੀਰਾ ਪੈ ਗਿਆ। ਉਹ ਹੀਰੇ ਦੀ ਚਮਕ ਤੁਹਾਨੂੰ ਦੱਸਣਾ ਨਹੀਂ ਪੈਣਾ, ਆਪੇ ਹੀ ਮਹਿਸੂਸ ਹੋ ਜਾਣੀ ਲੋਕਾਂ ਨੂੰ। ਸੋ ਤੁਸੀਂ ਗੱਲ ਆਪਾਂ ਜਾਤੀਵਾਦ ਤੇ ਕਰ ਰਹੇ ਸੀ। ਗੁਰਦੁਆਰੇ ਦੇ ਅੰਦਰ ਹਰ ਜਾਤੀ ਦਾ ਕੰਮ ਗੁਰੂ ਦਾ ਸਿੱਖ ਕਰਦਾ। ਉਹ ਬ੍ਰਾਹਮਣ ਵੀ ਹੈ, ਉਹ ਸ਼ੂਦ ਵੀ ਹੈ, ਉਹ ਵੈਸ਼ ਵੀ ਹੈ, ਉਹ ਖੱਤਰੀ ਵੀ ਹੈ। ਕਲੀਅਰ ਹੋ ਗਈ, ਸਪਸ਼ਟ ਹੋ ਗਿਆ ਬਿਲਕੁਲ। ਆਪਾਂ ਝਾੜੂ ਲਾਉਨੇ, ਪੋਚੇ ਲਾਉਣੇ। ਇੱਕ ਮੈਂ ਹੋਰ ਗੱਲ ਕਰਦਾ, ਗੁਰਦੁਆਰੇ ਦੇਤਰੇ ਦੀ ਪੋਚੇ ਤੇ ਭਾਂਡੇ, ਘਰੇ ਇੱਕ ਭਾਂਡਾ ਨਹੀਂ ਮਾਂਜਣਾ। ਗੁਰੂ ਨੇ ਨਹੀਂ ਇਹ ਕਿਹਾ ਨਾ। ਗੁਰੂ ਕਹਿੰਦਾ ਇੱਥੇ ਇਹ ਸਕੂਲ ਹੈ ਨਾ, ਸਕੂਲ 'ਚ ਸਿੱਖਣਾ ਹੈ ਕਿ ਭਾਂਡੇ ਮਾਂਜਣੇ। ਕਿੱਥੇ ਜਾ ਕੇ? ਹਰ ਘਰ ਜਿੱਥੇ ਰੋਟੀ ਖਾਧੀ ਉਹ ਭਾਂਡੇ ਮਾਂਜੋ। ਪ੍ਰਾਹੁਣਿਆਂ ਦੇ ਘਰ ਗਏ ਹੋ ਨਾ, ਉੱਥੇ ਜਾ ਕੇ ਰਸੋਈ 'ਚ ਭਾਂਡੇ ਮਾਂਜੋ। ਇਫ ਯੂ ਆਰ ਅ ਸਿੱਖ, ਉਹਦੇ ਘਰ ਰਸੋਈ 'ਚ ਕੁਝ ਡੁੱਲ ਗਿਆ, ਬਾਹਰ ਡੁੱਲ ਗਿਆ, ਉਸ ਵੇਲੇ ਸਾਫ਼ ਕਰੋ। ਜਿੱਥੇ ਕੰਮ ਕਰ ਰਹੇ ਉੱਥੇ ਡੁੱਲ ਗਿਆ, ਉੱਥੇ ਸਾਫ਼ ਕਰੋ। ਦੈਟ ਇਜ਼ ਵਾਈ ਯੂ ਆਰ ਅ ਸਿੱਖ। ਗੁਰੂ ਦੀ ਸਿੱਖਿਆ ਤੇ ਇਹ ਹੈ ਕਿ ਤੈਨੂੰ ਕਿਤੇ ਵੀ ਕੋਈ ਕੰਮ ਕਰਨ ਵਿੱਚ ਸ਼ਰਮ ਮਹਿਸੂਸ ਨਾ ਹੋਵੇ। ਅਜ਼ਮਤ ਲੁੱਟੀ ਜਾ ਰਹੀ, ਖਲੋ ਨਾ ਉੱਥੇ ਖੱਤਰੀ ਬਣ ਕੇ। ਕਿਉਂ ਨਹੀਂ ਖਲੋਂਦੇ? ਉਹ ਤੁਸੀਂ ਖੱਤਰੀ ਬਣੇ ਹੋਏ ਹੋ, ਹਨਾ। ਮੈਂ ਤੇ ਖੱਤਰੀ ਹਾਂ, ਖੱਤਰੀ ਸਿੱਖ ਹੁੰਨੇ ਅਸੀਂ। ਖੱਤਰੀ ਵਾਲੇ ਕੋਈ ਕੰਮ ਹੀ ਕਰ ਲਾ, ਗੁਰਦੁਆਰੇ ਹੀ ਜਾ ਕੇ ਖੜਾ ਹੋ ਜਾ। ਕਿਸੇ ਦੀ ਧੀ ਭੈਣ ਨੂੰ ਬਰਬਾਦੀ ਹੋ ਰਹੀ, ਉੱਥੇ ਖਲੋ ਜਾ। ਕਿਸੇ ਦੇ ਮਜ਼ਲੂਮ ਦੇ ਪੈਸੇ ਨਹੀਂ ਕੋਈ ਦੇ ਰਿਹਾ, ਉੱਥੇ ਖਲੋ ਨਾ। ਖੱਤਰੀ ਧਰਮ ਨਿਭਾ। ਬ੍ਰਾਹਮਣ ਹੈ ਤੇ ਤੈਨੂੰ ਕੋਈ ਵੀ ਬੰਦਾ ਆ ਕੇ ਤੇਰੇ ਗੁਰੂ ਦੀ ਬਾਣੀ ਤੋਂ ਸਵਾਲ ਪੁੱਛਣਾ ਚਾਹੇ, ਤੈਨੂੰ ਆਉਣਾ ਚਾਹੀਦਾ ਹੈ। ਤੁਹਾਡੇ 'ਚ ਵੀਰ ਰਸ ਆ ਗਿਆ। ਆਈ ਐਮ ਸੌਰੀ। ਮਤਲਬ ਹਾਂ, ਜਾਤ ਲੈ ਲਓ, ਜਾਤ ਨੂੰ ਨਹੀਂ ਮਨਾ ਕਰ ਰਹੇ ਅਸੀਂ, ਜਾਤ ਲੈ ਲਓ ਐਂਡ ਇਟਸ ਨਥਿੰਗ। ਹੁਣ ਦੇਖੋ, ਹਰਿਆਣੇ ਦੇ ਸਾਡੇ ਵੀਰ ਨੇ ਬੜੇ, ਉਹਨਾਂ 'ਚੋਂ ਮੈਂ ਬੜਿਆਂ ਦੀ ਇੱਜ਼ਤ ਕਰਦੀ ਹਾਂ, ਸਿੱਖੀ 'ਚ ਆਏ ਨੇ। ਉਹ ਕਹਿੰਦੇ ਸਾਡਾ ਜਾਟ ਲੈਂਡ ਸੀਗਾ ਔਰ ਇਹ ਸਾਰਾ ਖਾਲਸੇ ਦੀ ਇੱਥੇ ਰਾਜ ਸੀ ਤੇ ਇਹਨਾਂ ਤੇ ਸਭ ਤੋਂ ਜ਼ਿਆਦਾ ਵੱਢ ਟੁੱਕ ਹੋਈ ਆ, ਕਿਉਂਕਿ ਇਹ ਥੋੜੇ ਇੱਕ ਤਾਂ ਸਿੱਧੇ ਵੱਜਦੇ ਹਨਾ, ਲੜਨ ਲਈ ਇਹੋ ਜਾਂਦੇ ਸੀ ਸਭ ਤੋਂ ਜ਼ਿਆਦਾ। ਅੱਗੇ ਇਹੋ ਹੀ ਅੱਜ ਵੇਖ ਲਓ ਤੁਸੀਂ, ਹੁਣ ਕਿਸਾਨ ਅੰਦੋਲਨ ਦੇਖ ਲਓ। ਮਤਲਬ ਜੱਟਾਂ ਤੋਂ ਨਫ਼ਰਤ ਕਿਉਂ ਕਰ ਰਹੇ ਹੋ? ਕਿਹਦੀ ਗੱਲ ਸੁਣ ਰਹੇ ਹੋ? ਉਹਨਾਂ ਦੇ ਕੰਮ ਹੀ ਵੇਖ ਲਓ ਪਹਿਲਾਂ। ਹਾਂ, ਮੈਂ ਨਹੀਂ ਕਹਿੰਦੀ ਕਿ ਸਾਰੇ ਠੀਕ ਹੋਣਗੇ, ਹਰ ਇੱਕ ਵਰਗ ਵਿੱਚ, ਗੋਰਿਆਂ 'ਚ, ਕਾਲਿਆਂ 'ਚ ਭਾਈਚਾਰਕ ਮਤਭੇਦ ਹੋ ਸਕਦੇ ਨੇ, ਹੋ ਸਕਦੇ, ਪਰ ਉਹਨਾਂ ਦਾ ਕੰਮ ਦੇਖੋ। ਉਹਨਾਂ ਦੇ ਕੰਮ ਦੇਖੋ ਨਾ। ਹੁਣ ਤੁਹਾਡਾ ਕਿਸਾਨ ਅੰਦੋਲਨ ਕਿਹਦੇ ਸਿਰ ਤੇ ਬਚਿਆ? ਕੌਣ ਬੈਠਾ ਉੱਥੇ? ਹਰਿਆਣੇ ਦੇ ਬੈਠੇ, ਰਾਜਸਥਾਨ ਦੇ ਬੈਠੇ, ਯੂਪੀ ਦੇ ਬੈਠੇ, ਹਾਂ ਵਿੱਚ ਦੂਜੇ ਵੀ ਬੈਠੇ, ਮਜ਼ਦੂਰ ਸਾਡੇ ਭਰਾ ਵੀ ਬੈਠੇ, ਪਰ ਮਜ਼ਦੂਰ ਵੀ ਜੱਟ ਹੀ ਨੇ। ਜਿਹੜਾ ਜੱਟ ਕੌਣ ਹੈ ਪਤਾ ਤੁਹਾਨੂੰ? ਜੱਟ ਕਿੰਨੇ? ਉਹਨੇ ਕੀ ਕਿਹਾ ਸੀ ਜੱਟ ਦਾ ਮੀਨਿੰਗ ਪਤਾ? ਉਹਨੂੰ ਕਹਿੰਦੇ ਸੀ ਜੱਟ ਬੂਟ, ਬਦਨਾਮ ਕਰ ਲਈ। ਬੂਟ ਕੀ? ਇਹ ਬੂਟੇ ਵਰਗਾ ਰੁੱਖਾ, ਇਹਨਾਂ ਨੂੰ ਕੋਈ ਅਕਲ ਨਹੀਂ ਹੈ। ਜ਼ਮੀਨੀ ਗਧਾ ਇਹਦਾ ਮਤਲਬ। ਇਹ ਕਿਹਨੇ ਦਿੱਤਾ? ਜਿਹਨੂੰ ਪੂਜਣ ਦੇ, ਜਿਹਦੇ ਆਖੇ ਲੱਗ ਕੇ ਜਾਤਾਂ ਲਾਈ ਬੈਠੇ ਆਪਣੀਆਂ ਪੁੱਛਾਂ ਦੇ ਨਾਲ। ਸੋ ਐਨੀਵੇਜ਼, ਗੁਰੂ ਨੇ ਤੁਹਾਨੂੰ ਸਭ ਜਾਤਾਂ ਦੇ ਕੰਮ ਵੀ ਦਿਖਾਤੇ। ਤੁਹਾਨੂੰ ਕਹਿਤਾ ਵੀ ਇਹਦਾ ਕਰਮ ਚੰਗਾ, ਸ਼ੂਦਰ ਕੋਈ ਮਾੜੇ ਨਹੀਂ ਹੁੰਦੇ, ਸਫਾਈਆਂ ਕਰਦੇ ਤੂੰ ਵੀ। ਹੁਣ ਜਿੱਦਾਂ ਭਗਤ ਜੀ ਇੱਕ ਥਾਂ ਤੇ ਕਹਿੰਦੇ ਵੀ ਤੇਰੇ ਨਾਲ ਤਾਂ ਸੂਰ ਚੰਗਾ ਹੈ, ਆਪਣੇ ਪਿੰਡ ਦੀ ਸਫਾਈ ਕਰਦਾ, ਗੰਦ ਖਾ ਲੈਂਦਾ ਹੈ। ਇਹ ਵੀ ਬਾਣੀ 'ਚ ਲਿਖਿਆ। ਹਾਂ, ਜੇ ਅਸੀਂ ਕਿਸੇ ਦੇ ਘਰ ਜਾ ਕੇ ਸਫਾਈ ਕਰ ਦਾਂਗੇ, ਆਪਣੇ ਸਕੂਲ 'ਚ ਸਫਾਈ ਕਰ ਲਾਂਗੇ, ਗੁਰਦੁਆਰੇ 'ਚ ਸਫਾਈ ਕਰ ਲਾਂਗੇ, ਵੀ ਆਰ ਡੂਇੰਗ ਸਮਥਿੰਗ ਬੈਟਰ। ਠੀਕ ਹੈ। ਇਸ ਕਰਕੇ ਜਿਨ੍ਹਾਂ ਨੇ ਜਾਤਾਂ ਲਾਉਣੀਆਂ ਉਹਨਾਂ ਦੀ ਮਰਜ਼ੀ ਹੈ। ਜਾਤ ਗੋਤ ਸਾਡੀ ਸਿੱਖ ਤੇ ਸਿੰਘ ਹੈ ਤੇ ਕੌਰ ਹੈ। ਸਾਡੀ ਜਾਤ ਗੋਤ ਜਦੋਂ ਕੋਈ ਪੁੱਛੇ,
ਆਪਾਂ ਜੇ ਤੁਸੀਂ ਸਿੰਘ ਬਣ ਗਏ ਹੋ, ਦੇਖੋ ਸਿੰਘ ਇੱਕ ਪਦਵੀ ਹੈ ਆਫਟਰ ਪਾਸਿੰਗ ਦ ਟੈਸਟ, ਇੱਕ ਡੈਜ਼ਿਗਨੇਸ਼ਨ ਹੈ ਬਿਲਕੁਲ। ਇਟਸ ਅ ਟਾਈਟਲ ਗਿਵਨ ਟੂ ਯੂ ਬਾਈ, ਇਹ ਕੋਈ ਐਵੇਂ ਨਹੀਂ ਹਾਂਜੀ ਹਾਂ ਕੋਈ ਸਿੰਘ ਲਿਖੀ ਫਿਰਦਾ। ਸਿੱਖ ਹਾਂ ਅਸੀਂ, ਪਰ ਸਿੰਘ ਨਹੀਂ, ਨਾ ਕੌਰ। ਕੌਰ ਬਣਨਾ ਪਏਗਾ। ਔਰ ਇੱਕ ਹੋਰ ਚੀਜ਼, ਜਾਤ ਦੀ ਤਾਂ ਗੱਲ ਚਲੋ ਕਰ ਲਈ, ਸਿੱਖ ਕੱਲਾ ਇੱਕ ਇਹੋ ਜਿਹਾ ਸਾਡਾ ਜੀਵਨ ਜਾਚ ਹੈ, ਮਹਾਰਾਜ ਦੀ ਜਿਹੜੀ ਬਖਸ਼ਿਸ਼ ਹੈ ਉਹ ਇਹ ਹੈ ਕਿ ਤੁਸੀਂ ਸਿੱਖ ਮਾਂ-ਬਾਪ ਦੇ ਘਰ ਜੰਮ ਤਾਂ ਪਏ ਹੋ, ਪਰ ਸਿੱਖ ਨਹੀਂ ਹੋ, ਸਿੱਖ ਬਣਨਾ ਪੈਂਦਾ ਹੈ। ਇਹਦਾ ਭਾਵ ਇਹ ਹੋਇਆ ਕਿ ਸਿੱਖੀ ਜਿਹੜੀ ਹੈ ਸਾਨੂੰ ਪਿਤਾ ਪੁਰਖੀ ਨਹੀਂ, ਪਿਤਾ ਪੁਰਖੀ ਹੋ ਸਕਦੀ ਹੈ, ਉਹ ਹੋ ਸਕਦੀ ਹੈ ਜੇ ਤੁਸੀਂ ਉਸੇ ਰਾਹ ਤੇ ਪਹਿਲੇ ਦਿਨੋਂ ਤੁਰ ਪੋ, ਪਰ ਜਦ ਤੱਕ ਤੁਸੀਂ ਤੁਰੇ ਨਹੀਂ, ਗੁਰਬਾਣੀ ਪੜ੍ਹੀ ਨਹੀਂ, ਗਾਈ ਨਹੀਂ, ਕੰਮ ਸਿੱਖੀ ਵਾਲੇ ਨਹੀਂ ਸਿੱਖੇ, ਰੂਪ ਗੁਰੂ ਦਾ ਨਹੀਂ ਰੱਖਿਆ, ਹਾਊ ਯੂ ਕੈਨ ਬੀ ਅ ਸਿੱਖ? ਐਵੇਂ ਮੈਂ ਤੇ ਮਾਂ ਪਿਓ ਮੇਰੇ ਸਿੱਖ ਹੈ ਪਰ ਮੈਂ ਨਹੀਂ ਆ, ਹੂ ਆਰ ਯੂ? ਇਹੀ ਚੱਲ ਰਿਹਾ ਨਾ। ਉਹ ਜੀ ਅਸੀਂ ਤੇ ਬੜੇ ਵੇਖੇ ਜੀ, ਆ ਬੜੇ ਠੀਕ ਹੋ, ਓਕੇ, ਇਹ ਇੱਕ ਗੁਰੂ ਦੀ ਹੀ ਟਰਮੀਨੋਲੋਜੀ ਹੈ, ਹੋਰ ਕਿਸੇ ਵੀ ਫੇਥ ਵਿੱਚ ਸਿੱਖ ਵਰਡ ਨਹੀਂ ਆਉਂਦਾ। ਬਿਲਕੁਲ। ਮੈਂ ਦੇਖ ਰਿਹਾ ਵੀ ਕਾਫੀ ਜਿਹੜੇ ਸੰਤ ਵੀ ਆਉਂਦੇ ਨੇ ਅਮਰੀਕਾ 'ਚ, ਬਾਬੇ ਵੀ ਆਉਂਦੇ ਨੇ। ਕੋਈ ਸੰਤ ਬਾਬੇ ਉਹਦੇ ਬਾਰੇ ਆਪਾਂ ਇੱਕ ਵੱਖਰਾ ਐਪੀਸੋਡ ਕਰਾਂਗੇ। ਬੜੇ ਤੁਹਾਡੇ ਡਿਫਰੈਂਟ ਓਪੀਨੀਅਨ ਹੈਗਾ ਇਹਦੇ ਤੇ ਤੁਹਾਡਾ, ਮੈਂ ਸੈਲੂਟ ਕਰਦਾ ਤੁਹਾਡੀ ਸੋਚ ਨੂੰ। ਦੈਟਸ ਵਾਟ ਗੁਰੂ ਸੇਜ਼। ਹਾਂ ਬਿਲਕੁਲ, ਬਹੁਤ ਵਧੀਆ ਤਰੀਕੇ ਨਾਲ ਤੁਸੀਂ ਦੱਸਿਆ। ਆਪਾਂ ਅੱਜ ਦਾ ਇਹ ਜਿਹੜਾ ਐਪੀਸੋਡ ਹੈ ਇੱਥੇ ਹੀ ਖਤਮ ਕਰਦੇ ਹਾਂ, ਤੇ ਆਪਾਂ ਅੱਗੇ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਦੇ ਨਾਲ ਗੱਲਬਾਤ ਆਪਾਂ ਜਾਰੀ ਰੱਖਾਂਗੇ, ਠੀਕ ਹੈ ਨਾ। ਸਾਡੇ ਦਰਸ਼ਕ ਸਾਨੂੰ ਸੁਝਾਅ ਵੀ ਦੇ ਸਕਦੇ ਨੇ। ਹਾਂਜੀ ਜ਼ਰੂਰ ਜੀ। ਸਾਡਾ ਥੱਲੇ ਜਿਹੜਾ ਹੈ ਪਤਾ ਤੇ ਫੋਨ ਨੰਬਰ ਤੇ ਈਮੇਲ ਆ ਰਿਹਾ, ਤੁਸੀਂ ਇਹਦੇ ਤੇ ਸਾਨੂੰ ਸੁਝਾਅ ਵੀ ਦੇ ਸਕਦੇ ਹੋ। ਤੇ ਕੀ ਅਸੀਂ ਹੋਰ ਗੁਰੂ ਗ੍ਰੰਥ ਸਾਹਿਬ ਬਾਰੇ ਗੱਲ ਕਰ ਸਕਦੇ ਹਾਂ, ਕਿਸ ਤਰੀਕੇ ਨਾਲ ਖੋਲ ਸਕਦੇ ਹਾਂ, ਹੋਰ ਜਿਹੜੀਆਂ ਗੁੰਝਲਾਂ ਨੇ ਤੁਹਾਡੇ ਮਨ ਦੀਆਂ ਉਹਦੇ ਤੇ ਵੀ ਗੱਲ ਕਰ ਸਕਦੇ ਹਾਂ। ਸੋ ਅੱਜ ਲਈ ਇੰਨਾ ਹੀ, ਆਪਾਂ ਵਿਦਾ ਲੈਂਦੇ ਹਾਂ ਦਰਸ਼ਕਾਂ ਤੋਂ। ਹੈ ਜੀ, ਮੈਂ ਬਸ ਇਹ ਕਹਿਣਾ ਚਾਹੂੰਗੀ ਕਿ ਮਹਾਰਾਜ ਦੇ ਗੁਣ ਗਾਉਂਦਿਆਂ, ਪਿਆਰੀ ਸਿੱਖੀ ਦੀਆਂ ਸਿਫਤਾਂ ਕਰਦਿਆਂ, ਖਾਲਸਾ ਕੌਮ ਦੀਆਂ ਸਿਫਤਾਂ ਕਰਦਿਆਂ ਸਾਡੇ ਕੋਲੋਂ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ ਹੋਣਗੀਆਂ। ਜੇ ਵੀ ਕਿਸੇ ਦੇ ਦਿਲ ਨੂੰ ਸਾਡੀਆਂ ਗੱਲਾਂ ਨਾਲ ਕੋਈ ਠੇਸ ਪਹੁੰਚੀ, ਉਹਦੇ ਲਈ ਮਾਫੀ ਦੇ ਖਾਸਤਗਾਰ ਹਾਂ। ਤੇ ਸਾਹਿਬ ਆਪੇ ਬਖਸ਼ਣਯੋਗ ਨੇ, ਸੰਗਤ ਵੀ ਬਖਸ਼ਣਯੋਗ ਹੈ। ਆਪ ਜੀ ਸੁਝਾਅ ਭੇਜੋ, ਦੱਸੋ, ਤਾਂ ਕਿ ਅਸੀਂ ਆਪਣੇ ਆਪ ਨੂੰ ਸੁਧਾਰ ਸਕੀਏ ਤੇ ਮਹਾਰਾਜ ਦੀ ਬਾਣੀ ਦੀਆਂ ਸਿਫਤਾਂ ਗਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।